लोक करण कारण प्रभ एक है, दूसर नाहि कोय, नानक तिस बलिहारणै, जल थल महीयल सोए। इस सारे संसार दा बनाउण वाला करता ते फिर करते ने इस नूं क्यों बनाया, इहदा रीजन की है, कारण की है इस संसार दा। वो कारण भी अकाल पुरख वाहिगुरू आप है। ਉਹਦੇ ਤੋਂ ਬਿਨਾਂ ਇੰਨੀ ਤਾਕਤ ਵਾਲਾ, ਇੰਨੀ ਸਮਰੱਥਾ ਵਾਲਾ ਦੂਜਾ ਕੋਈ ਵੀ ਨਹੀਂ ਹੈ। ਨਾਨਕ ਤਿਸ ਬਲਿਹਾਰਣੈ, ਉਸ ਅਕਾਲ ਪੁਰਖ ਵਾਹਿਗੁਰੂ ਤੋਂ ਸਤਿਗੁਰੂ ਕਹਿੰਦੇ ਅਸੀਂ ਬਲਿਹਾਰ ਜਾਂਦੇ ਹਾਂ, ਸਦਕੇ ਜਾਂਦੇ ਹਾਂ। ਜਲ ਥਲ ਮਹੀਲ ਸੋਏ, ਜਿਹੜਾ ਜਲ ਦੇ ਵਿੱਚ ਵੀ ਤੇ ਥਲ ਦੇ ਵਿੱਚ ਵੀ, ਭਾਵ ਕਿ ਜ਼ਮੀਨ ਦੇ ਅੰਦਰ ਵੀ, ਤੇ ਫਿਰ ਮਹੀਲ ਜ਼ਮੀਨ ਦੇ ਤਲ ਦੇ ਉੱਤੇ ਵੀ ਜਿਹੜਾ ਅਕਾਲ ਪੁਰਖ ਵਾਹਿਗੁਰੂ ਹੈ ਉਹਦੇ ਤੋਂ ਅਸੀਂ ਬਲਿਹਾਰ ਜਾਂਦੇ ਹਾਂ। ਇਹਨੂੰ ਸਮਝ ਲਈਏ, ਕਰਨ ਤੇ ਕਾਰਨ ਇਹ ਦੋ ਚੀਜ਼ਾਂ ਨੇ ਸਾਡੀ ਜ਼ਿੰਦਗੀ ਦੇ ਨਾਲ ਸੰਬੰਧਿਤ। ਇੱਕ ਉਹ ਹੈ ਜੋ ਕੀਤਾ ਜਾ ਚੁੱਕਾ ਹੈ, ਜੋ ਪੈਦਾ ਹੋ ਚੁੱਕਾ ਹੈ, ਜਿੱਦਾਂ ਅਸੀਂ ਹਾਂ। ਪਰ ਸਾਡਾ ਪੈਦਾ ਹੋਣਾ ਕਿਵੇਂ ਹੈ, ਉਹਦਾ ਰੀਜ਼ਨ ਹੈ ਸਾਡੇ ਮਾਤਾ ਪਿਤਾ। ਐਡੀ ਵੱਡੀ ਗੁਰਦੁਆਰੇ ਦੀ ਬਿਲਡਿੰਗ ਹੈ, ਇਹ ਕੀਤੀ ਜਾ ਚੁੱਕੀ ਹੈ, ਇਹ ਕਰਨ ਹੈ, ਇਹ ਹੋ ਚੁੱਕਾ ਹੈ। ਪਰ ਇਹਦੇ ਪਿੱਛੇ ਰੀਜ਼ਨ ਹੈ ਜੋ ਇਹਦੇ ਅੰਦਰ ਮਟੀਰੀਅਲ ਲੱਗਾ ਹੋਇਆ ਹੈ। ਅਸੀਂ ਰੋਟੀ ਖਾਂਦੇ ਹਾਂ, ਰੋਟੀ ਖਾਣਾ ਇੱਕ ਕੰਮ ਹੈ, ਕਰਨ ਹੈ ਇੱਕ, ਪਰ ਇਹਦੇ ਪਿੱਛੇ ਕਾਰਨ ਕੀ ਹੈ ਕਿ ਭੁੱਖ ਲੱਗਦੀ ਹੈ। ਜੇ ਭੁੱਖ ਹੀ ਨਾ ਲੱਗੇ ਤਾਂ ਰੋਟੀ ਕੋਈ ਖਾਵੇ ਹੀ ਨਾ। ਹਰ ਇੱਕ ਚੀਜ਼ ਇੱਕ ਤੇ ਉਹ ਕੰਮ ਹੈ, ਤੇ ਉਸ ਕੰਮ ਦੇ ਪਿੱਛੇ ਇੱਕ ਰੀਜ਼ਨ ਹੈ। ਹਰ ਇੱਕ ਚੀਜ਼ ਦੇ ਰੀਜ਼ਨ ਨਾ ਹੋਵੇ ਤੇ ਅਸੀਂ ਕੰਮ ਹੀ ਨਾ ਕਰੀਏ। ਅਸੀਂ ਸਭ ਤੋਂ ਪਹਿਲਾਂ ਰੀਜ਼ਨ ਲੱਭਦੇ ਹਾਂ, ਕਾਰਨ ਲੱਭਦੇ ਹਾਂ ਵੀ ਇਹ ਕੰਮ ਇਸ ਕਰਕੇ ਕੀਤਾ ਜਾ ਰਿਹਾ ਹੈ। ਆਪ ਜੀ ਇੱਥੇ ਆਏ ਹੋ, ਇਹਦਾ ਕੋਈ ਰੀਜ਼ਨ ਹੈ। ਮੈਂ ਬੋਲਦਾ ਪਿਆ ਹਾਂ, ਤੁਸੀਂ ਸੁਣਦੇ ਪਏ ਜੇ। ਹਰ ਇੱਕ ਚੀਜ਼ ਰੀਜ਼ਨ ਦੇ ਨਾਲ ਚੱਲਦੀ ਪਈ ਹੈ, ਕਾਰਨ ਦੇ ਨਾਲ ਚੱਲਦੀ ਪਈ ਹੈ। ਪਰ ਸਤਿਗੁਰੂ ਇੱਦਾਂ ਕਹਿੰਦੇ ਨੇ, ਸਾਡੇ ਹੱਥ ਦੇ ਵਿੱਚ ਕਾਰਨ ਨਾ ਹੋਵੇ ਅਸੀਂ ਕੁਝ ਨਹੀਂ ਕਰ ਸਕਦੇ। ਪਰ ਮਾਲਕ ਕਿੱਦਾਂ ਦਾ ਹੈ? ਉਹ ਇੱਦਾਂ ਦਾ ਹੈ, ਉਹ ਕਾਰਨ ਵੀ ਖੁਦ ਪੈਦਾ ਕਰਦਾ ਹੈ। ਸਾਨੂੰ ਭੁੱਖ ਨਾ ਲੱਗੇ, ਅਸੀਂ ਧੱਕੇ ਨਾਲ ਭੁੱਖ ਲਵਾ ਹੀ ਨਹੀਂ ਸਕਦੇ। ਅਸੀਂ ਕਾਰਜ ਤੇ ਕਰ ਸਕਦੇ ਹਾਂ ਵੀ ਭੁੱਖ ਲੱਗ ਗਈ ਹੈ ਤੇ ਕਾਰਜ ਕਰ ਲਿਆ ਵੀ ਰੋਟੀ ਖਾ ਲਈ ਹੈ, ਪਰ ਅਸੀਂ ਕਾਰਨ ਨਹੀਂ ਬਣ ਸਕਦੇ। ਸਾਡੀ ਆਪਣੇ ਅੰਦਰੋਂ ਹੀ ਸਰੀਰ ਦੇ ਵਿੱਚ ਮਾਲਕ ਨੇ ਇੱਦਾਂ ਦੀ ਖੇਡ ਪਾਈ ਹੋਈ ਹੈ, ਉਹ ਰੱਬ ਦੇ ਵੱਲੋਂ ਪਾਇਆ ਹੋਇਆ ਹੈ। ਸਾਹ ਅਸੀਂ ਲੈ ਰਹੇ ਹਾਂ, ਕਾਰਜ ਕਰਦੇ ਪਏ ਹਾਂ, ਰੁਕ ਜਾਵੇਗਾ ਤੇ ਧੱਕੇ ਨਾਲ ਅਸੀਂ ਕੀ ਕਰ ਸਕਦੇ ਹਾਂ। ਇਸ ਕਰਕੇ ਇਹਨੂੰ ਬੜੇ ਧਿਆਨ ਦੇ ਨਾਲ ਸਮਝਣ ਦੀ ਲੋੜ ਹੈ। ਕਰਨ ਤੇ ਕਾਰਜ, ਕਾਰਜ ਤੇ ਕਾਰਨ ਦਾ ਜਿਹੜਾ ਸਿਧਾਂਤ ਹੈ, ਇਹ ਵੱਖਰੇ ਵੱਖਰੇ ਤਰੀਕਿਆਂ ਦੇ ਨਾਲ ਪੜ੍ਹਾਇਆ ਵੀ ਜਾਂਦਾ ਹੈ। ਪਰ ਇਹਨੂੰ ਸਿਰਫ ਸੌਖੇ ਸ਼ਬਦਾਂ ਦੇ ਵਿੱਚ ਅਸੀਂ ਇੱਦਾਂ ਸਮਝਣਾ ਹੈ ਵੀ ਇਸ ਸੰਸਾਰ ਨੂੰ, ਇਸ ਦੁਨੀਆ ਨੂੰ ਬਣਾਉਣ ਵਾਲਾ ਵੀ ਰੱਬ ਆਪ ਹੈ। ਤੇ ਬਣਾਇਆ ਕਿਉਂ? ਉਹ ਬਣਾਇਆ ਵੀ ਰੱਬ ਨੇ ਆਪਣੀ ਮਰਜ਼ੀ ਦੇ ਨਾਲ ਹੈ। ਉਸ ਰੀਜ਼ਨ ਦੇ ਪਿੱਛੇ ਵੀ ਮਾਲਕ ਹੀ ਹੈ, ਉਹਦਾ ਰੀਜ਼ਨ ਵੀ ਖੁਦ ਉਹੀ ਹੈ। ਰੀਜ਼ਨ ਕੋਈ ਹੋਰ ਨਹੀਂ ਹੈ। ਰੋਟੀ ਦਾ ਰੀਜ਼ਨ ਭੁੱਖ ਹੈ, ਰੋਟੀ ਕੋਈ ਹੋਰ ਚੀਜ਼ ਹੈ, ਭੁੱਖ ਕੋਈ ਹੋਰ ਚੀਜ਼ ਹੈ। ਸੰਸਾਰ ਦਾ ਕਰਤਾ ਵੀ ਮਾਲਕ ਤੇ ਸੰਸਾਰ ਦਾ ਕਾਰਨ ਵੀ ਮਾਲਕ। ਕਰਨ ਕਾਰਨ ਪ੍ਰਭ ਏਕ ਹੈ। ਇਸ ਸੰਸਾਰ ਨੂੰ ਬਣਾਉਣ ਵਾਲਾ ਤੇ ਬਣਾਉਣ ਦੇ ਪਿੱਛੇ ਜਿਹੜਾ ਕਾਰਨ ਹੈ, ਰੀਜ਼ਨ ਹੈ, ਉਹ ਵੀ ਅਕਾਲ ਪੁਰਖ ਵਾਹਿਗੁਰੂ ਖੁਦ ਹੈ। ਦੂਸਰ ਨਾ ਹੀ ਕੋਏ, ਇੰਨੀ ਤਾਕਤ ਵਾਲਾ ਉਹਦੇ ਤੋਂ ਬਿਨਾਂ ਹੋਰ ਕੋਈ ਵੀ ਨਹੀਂ ਹੈ ਦੂਸਰਾ। ਇਸ ਕਰਕੇ ਮਰਦ ਕਹਿੰਦੇ ਨਾਨਕ ਤਿਸ ਬਲਿਹਾਰਣੈ, ਉਸ ਵਾਹਿਗੁਰੂ ਤੋਂ ਅਸੀਂ ਸਦਕੇ ਜਾਂਦੇ ਹਾਂ। ਬਲਹਾਰ ਸ਼ਬਦ ਨੂੰ ਸਮਝ ਲੈਣਾ, ਬਲ ਦਾ ਮਤਲਬ ਹੁੰਦਾ ਹੈ ਤਾਕਤ, ਹਾਰ ਦਾ ਮਤਲਬ ਹੈ ਹਾਰ ਜਾਣਾ। ਆਪਣੇ ਤੋਂ ਛੋਟਾ ਹੋਵੇ ਤੇ ਅਸੀਂ ਉਹਨੂੰ ਆਪਣੀ ਤਾਕਤ ਦੇ ਨਾਲ ਜਿੱਤ ਜਾਂਦੇ ਹਾਂ, ਪਰ ਆਪਣੇ ਤੋਂ ਕੋਈ ਤਗੜਾ ਹੋਵੇ ਤੇ ਫਿਰ ਅਸੀਂ ਉਹਦੇ ਅੱਗੇ ਹਾਰ ਜਾਂਦੇ ਹਾਂ ਨਾ, ਸਾਡੀ ਤਾਕਤ ਨਹੀਂ ਚੱਲਦੀ ਉਹਦੇ ਅੱਗੇ। ਇਹਨੂੰ ਮਹਾਰਾਜ ਕਹਿੰਦੇ ਬਲ ਹਾਰ ਜਾਣਾ। ਸ਼ਬਦ ਹੈ, ਉਹਦੇ ਅੱਗੇ ਆਪਣੀ ਤਾਕਤ ਨਹੀਂ ਚੱਲ ਸਕਦੀ। ਨਾਨਕ ਹੁਕਮ ਨਾ ਚੱਲਈ, ਨਾਲ ਖਸਮ ਚੱਲੈ ਅਰਦਾਸ। ਬਲਿਹਾਰ ਦਾ ਮਤਲਬ ਹੀ ਇਹ ਹੈ, ਬਲ ਹਾਰ ਜਾਈਦਾ ਹੈ ਜਿਹਦੇ ਅੱਗੇ ਸਾਡਾ ਜ਼ੋਰ ਨਹੀਂ ਚੱਲਦਾ। ਤੁਸੀਂ ਇਹਨੂੰ ਸਮਝ ਲਿਓ। ਇਹ
ਐਵੇਂ ਲਫ਼ਜ਼ ਨਹੀਂ ਸਾਡੇ ਕੋਲ ਆਏ, ਸਾਨੂੰ ਕੋਈ ਤੁਰਦਾ ਜਾਂਦਾ ਕਵੇ ਵੀ ਟੇਕ ਮੈਨੂੰ ਮੱਥਾ ਤੇ ਮੇਰੇ ਪੈਰੀਂ ਹੱਥ ਲਾ ਕੇ ਝੁਕਦਾ ਕੋਈ ਬੰਦਾ? ਕੋਈ ਨਹੀਂ ਝੁਕਦਾ। ਪਰ ਇੱਥੇ ਅਸੀਂ ਆ ਕੇ ਆਪਣੇ ਆਪ ਹੀ ਮੱਥਾ ਟੇਕ ਦਿੰਦੇ ਹਾਂ। ਉਹਦਾ ਕਾਰਨ ਹੈ ਅਸੀਂ ਆਪਣੀ ਤਾਕਤ ਨੂੰ ਇੱਥੇ ਆ ਕੇ ਛੱਡਿਆ ਹੋਇਆ ਹੈ। ਇਸ ਕਰਕੇ ਬਲਿਹਾਰ ਜਾਣ ਦਾ ਮਤਲਬ ਹੈ ਆਪਣੀ ਤਾਕਤ ਤੋਂ ਯਕੀਨ ਪਰੇ ਕਰਕੇ ਤੇ ਮਾਲਕ ਨੂੰ ਆਪਣੇ ਤੋਂ ਵੀ ਵੱਡਾ ਮੰਨਣਾ ਵੀ ਮੈਂ ਆਪਣਾ ਬਲ ਇੱਥੇ ਹਾਰ ਗਿਆ ਹਾਂ, ਤੂੰ ਮੇਰੇ ਤੋਂ ਵੀ ਤਗੜਾ ਹੈ। ਬਲਿਹਾਰ ਜਾਣ ਦਾ ਮਤਲਬ ਇਹਦੇ ਵਿੱਚ ਹੀ ਵਾਰਨੇ ਜਾਣਾ ਆ ਜਾਂਦਾ ਹੈ, ਇਹਦੇ ਵਿੱਚ ਹੀ ਬਾਕੀ ਚੀਜ਼ਾਂ ਵੱਖਰੇ ਵੱਖਰੇ ਅਰਥਾਂ ਦੇ ਵਿੱਚ ਆ ਜਾਂਦੀਆਂ ਨੇ। ਨਾਨਕ ਤਿਸ ਬਲਿਹਾਰਣੈ, ਉਸ ਮਾਲਕ ਤੋਂ ਸਤਿਗੁਰੂ ਕਹਿੰਦੇ ਬਲਿਹਾਰ ਜਾਂਦੇ ਹਾਂ। ਜਲ ਥਲ ਮਹੀਲ ਸੋਏ, ਜਿਹੜਾ ਧਰਤੀ ਦੇ ਉੱਤੇ, ਧਰਤੀ ਦੇ ਅੰਦਰ ਵੀ ਤੇ ਪਾਣੀ ਦੇ ਵਿੱਚ ਵੀ ਮਾਲਕ ਵਿਆਪਕ ਹੈ, ਭਾਵ ਕਿ ਹਰ ਥਾਂ ਤੇ ਵਿਆਪਕ ਹੈ। ਅਸ਼ਟਪਦੀ ਕਰਨ ਕਰਾਵਨ ਕਰਨੈ ਜੋਗ, ਮਾਲਕ ਸਾਰਾ ਕੁਝ ਕਰਨ ਦੀ ਸਮਰੱਥਾ ਰੱਖਦਾ ਹੈ। ਇੱਕ ਸਮਾਂ ਉਹ ਸੀ ਜਦੋਂ ਇਹੋ ਜਿਹਾ ਕੁਝ ਵੀ ਨਹੀਂ ਸੀ ਜੋ ਹੁਣ ਸਾਡੀਆਂ ਅੱਖਾਂ ਦੇ ਸਾਹਮਣੇ ਹੈ। ਇਹਦੇ ਵਿਸਥਾਰ ਅਸੀਂ ਸੁਖਮਨੀ ਸਾਹਿਬ ਦੀ ਅਸ਼ਟਪਦੀ ਦੇ ਵਿੱਚ ਜਾ ਕੇ ਪੜ੍ਹਾਂਗੇ। ਇਸ ਫਿਰ ਇੱਕ ਟਾਈਮ ਇੱਦਾਂ ਦਾ ਵੀ ਆ ਜਾਂਦਾ ਹੈ ਵੀ ਸਾਰੇ ਸੰਸਾਰ ਦਾ ਕਰਨ ਵਾਲਾ ਵੀ ਬਣ ਜਾਂਦਾ ਹੈ। ਚਲੋ ਸੌਖਾ ਸਮਝ ਲਈਏ, ਦਰਖਤ ਦਾ ਇੱਕ ਛੋਟਾ ਜਿਹਾ ਬੀਜ ਹੁੰਦਾ ਹੈ, ਉਹ 1 ਸਾਲ 2 ਸਾਲ ਡੱਬੇ ਦੇ ਅੰਦਰ, ਬਾਕਸ ਦੇ ਅੰਦਰ ਪਿਆ ਰਵੇ, ਉਹ ਨਹੀਂ ਉੱਗਦਾ ਉੱਥੇ। ਉਸੇ ਬੀਜ ਨੂੰ ਜ਼ਮੀਨ ਦੇ ਵਿੱਚ ਮਿਲਾ ਦਿਓ, ਉਹਦੇ ਮੌਸਮ ਆਇਆ ਹੋਵੇ ਆਪਣਾ, ਬਸ ਉਹ ਆਪਣੇ ਆਪ ਹੀ ਜ਼ਮੀਨ ਦੇ ਵਿੱਚੋਂ ਉੱਗਣਾ ਸ਼ੁਰੂ ਹੋ ਜਾਂਦਾ ਹੈ। ਉਸ ਬੀਜ ਨੂੰ ਵੇਖ ਕੇ ਤਾਂ ਕੋਈ ਅੰਦਾਜ਼ਾ ਵੀ ਨਹੀਂ ਨਾ ਲਗਾ ਸਕਦਾ ਵੀ ਇਹਦੇ ਵਿੱਚੋਂ ਕਿੰਨੀ ਲੈਂਥ ਵਾਲਾ ਦਰਖਤ ਨਿਕਲੇਗਾ। ਜਿਹੜਾ ਵੱਡਾ ਬੋਹੜ ਦਾ ਦਰਖਤ ਹੈ ਓਨਾ ਵੱਡਾ ਬੀਜ ਤੇ ਨਹੀਂ ਆ ਉਹਦਾ, ਤਾਂ ਬਿਲਕੁਲ ਛੋਟਾ ਹੈ। ਪਰ ਉਸ ਬੀਜ ਦੇ ਵਿੱਚ ਕਿੰਨੀ ਸਮਰੱਥਾ ਹੈ ਕਿ ਉਹਦੇ ਵਿੱਚ ਇੰਨੇ ਦਰਖਤ ਨੇ। ਅੱਜ ਜਿੰਨੇ ਦਰਖਤ ਵੇਖਦੇ ਆ ਇਹਨਾਂ ਦੇ ਬੀਜ ਤੇ ਏਡੇ ਵੱਡੇ ਨਹੀਂ। ਮਾਲਕ ਨੇ ਹਰ ਇੱਕ ਚੀਜ਼ ਨੂੰ ਕਰਨ ਦਾ ਵਸੀਲਾ, ਬਣਾਉਣ ਦਾ ਵਸੀਲਾ ਆਪਣੇ ਹੱਥ ਦੇ ਵਿੱਚ ਰੱਖਿਆ ਹੋਇਆ ਹੈ। ਕਰਨ ਕਰਾਵਨ ਕਰਨੈ ਜੋਗ, ਸਾਰਾ ਕੁਝ ਕਰਨ ਦੇ ਤੇ ਜੀਵਾਂ ਦੇ ਕੋਲੋਂ ਕਰਾਉਣ ਦੇ, ਉਹ ਸਾਰ ਇਸ ਗੱਲ ਦੇ ਕਾਬਲ ਹੈ। ਕਰਨ ਕਰਾਵਨ ਕਰਨੈ ਜੋਗ, ਜੋ ਤਿਸ ਭਾਵੈ ਸੋਈ ਹੋਗ, ਜੋ ਉਹਨੂੰ ਚੰਗਾ ਲੱਗਦਾ ਹੈ, ਭਾਉਂਦਾ ਹੈ, ਉਹੀ ਹੋਵੇਗਾ। ਇੱਥੇ ਗੁਰੂ ਸਾਹਿਬ ਗੱਲ ਕਰਨਗੇ ਵੀ ਅਸੀਂ ਕਿੰਨੀਆਂ ਛਾਲਾਂ ਮਾਰਦੇ ਹਾਂ ਤੇ ਅੰਤ ਦੇ ਵਿੱਚ ਕੀ ਹੋ ਜਾਂਦਾ ਹੈ। ਆਸਾ ਦੀ ਵਾਰ ਦੇ ਵਿੱਚ ਸਤਿਗੁਰੂ ਕਹਿੰਦੇ ਨੇ, ਵਧੀ ਸੋ ਵੱਜਗ ਨਾਨਕਾ ਸੱਚਾ ਵੇਖੈ ਸੋਏ, ਸਭਨੀ ਛਾਲਾਂ ਮਾਰੀਆਂ ਕਰਤਾ ਕਰੇ ਸੋ ਹੋਏ। ਆਪਣੇ ਵੱਲੋਂ ਸਾਰੀ ਜ਼ੋਰ ਲਾ ਲਾ ਕੇ ਹਟ ਜਾਂਦੇ ਨੇ, ਅਸਲ ਦੇ ਵਿੱਚ ਬਾਅਦ ਦੇ ਵਿੱਚ ਹੁੰਦਾ ਉਹੀ ਹੈ ਜਿਹੜਾ ਮਾਲਕ ਨੂੰ ਮਨਜ਼ੂਰ ਹੋ ਜਾਂਦਾ ਹੈ। ਕਿੰਨੀਆਂ ਤਾਕਤਾਂ ਵਰਤਦੇ ਨੇ ਬੰਦੇ, ਅਸੀਂ ਵੇਖਾਂਗੇ ਇੱਥੇ। ਜੋ ਤਿਸ ਭਾਵੈ ਸੋਈ ਹੋਗ, ਖਿਨ ਮਹਿ ਥਾਪ ਉਥਾਪਨਹਾਰਾ। ਇੱਕ ਪਲ ਦੇ ਵਿੱਚ ਜੀਵਾਂ ਨੂੰ ਪੈਦਾ ਕਰਨ ਦੀ ਸਮਰੱਥਾ ਰੱਖਣ ਵਾਲਾ ਤੇ ਖਤਮ ਕਰਨ ਦੀ ਸਮਰੱਥਾ ਰੱਖਣ ਵਾਲਾ ਵੀ ਮਾਲਕ ਆਪ ਹੈ। ਭਾਈ ਗੁਰੂ ਜੀ ਆਪ ਜੀ ਪੜ੍ਹਨ ਵਾਲੇ ਹੋ, ਇਸ ਨੂੰ ਸਮਝ ਲੈਣਾ। ਗਰੋਥ ਸਮਾਂ ਲੈਂਦੀ ਹੈ। ਕੋਈ ਚੀਜ਼ ਵੱਡੀ ਹੁੰਦੀ ਹੈ ਨਾ, ਵੱਡੀ ਹੁੰਦਿਆਂ ਸਮਾਂ ਲੈਂਦੀ ਹੈ, ਪੈਦਾ ਹੁੰਦਿਆਂ ਸਮਾਂ ਨਹੀਂ ਲੈਂਦੀ। ਪੈਦਾ ਹੁੰਦਿਆਂ ਕੁਝ ਸੈਕਿੰਡ ਦੀ ਖੇਡ ਹੈ ਤੇ ਖਤਮ ਹੋਣਾ ਤੇ ਸਾਡੇ ਸਾਹਮਣੇ ਹੀ ਹੈ। ਬਾਬਾ ਫਰੀਦ ਕਹਿੰਦੇ ਨੇ ਬਸ ਕੁਝ ਕੁ ਪਲ ਦੀ ਖੇਡ ਹੈ। ਗੰਢੇਂਦਿਆਂ 6 ਮਾਹ, ਤੁੜੰਦਿਆਂ ਹਿੱਕ ਖਿਨੋ, ਬਸ 1 ਸੈਕਿੰਡ ਦੇ ਵਿੱਚ ਟੁੱਟ ਗਿਆ। ਪੈਦਾਇਸ਼ ਹੋਣਾ ਵੀ ਬਹੁਤਾ ਲੰਮਾ ਸਮਾਂ ਨਹੀਂ ਹੈ। ਕੋਈ ਵੀ ਚੀਜ਼ ਪੈਦਾ ਹੋ ਗਈ 1 ਸੈਕਿੰਡ ਤੋਂ ਵੀ ਛੋਟੀ ਖੇਡ ਹੈ ਤੇ ਖਤਮ ਹੋ ਜਾਣਾ ਵੀ ਬਸ ਉਸ ਸੈਕਿੰਡ ਤੋਂ ਛੋਟੀ ਖੇਡ ਹੈ। ਬਾਕੀ ਤੇ ਵਿਕਾਸ ਹੈ ਕਿ ਅਸੀਂ ਛੋਟੇ ਤੋਂ ਵੱਡੇ ਹੋਈ ਗਏ, ਉਮਰ ਵੱਧਦੀ ਗਈ, ਇਹ ਸਾਰੀਆਂ ਖੇਡਾਂ ਨੇ। ਹਜ਼ੂਰ ਕਹਿੰਦੇ ਖਿਨ ਮਹਿ, 1 ਸੈਕਿੰਡ ਦੇ ਵਿੱਚ ਮਾਲਕ ਚੀਜ਼ਾਂ ਨੂੰ ਪੈਦਾ ਕਰਕੇ ਤੇ ਖਤਮ ਕਰ ਦੇਣ ਵਾਲਾ ਹੈ। ਅੰਤ ਨਹੀਂ ਕਿਛ ਪਾਰਾਵਾਰਾ, ਉਹਦਾ ਅੰਤ ਹੀ ਨਹੀਂ ਪਾਇਆ ਜਾ ਸਕਦਾ ਵੀ ਕਿੱਦਾਂ ਦੀਆਂ ਖੇਡਾਂ ਜ਼ਿੰਦਗੀ ਦੇ ਵਿੱਚ ਖੇਡਾ ਦਿੰਦਾ ਹੈ ਤੇ ਖੇਡ ਜਾਂਦਾ ਹੈ। ਹੁਕਮੇ ਧਾਰ ਅਧਰ ਰਹਾਵੇ, ਸਾਰੀ ਸ੍ਰਿਸ਼ਟੀ ਨੂੰ ਉਹਨੇ ਆਪਣੇ ਹੁਕਮ ਦੇ ਵਿੱਚ ਧਾਰਿਆ ਹੋਇਆ ਹੈ, ਮਤਲਬ ਟਿਕਾਇਆ ਹੋਇਆ ਹੈ। ਇੱਕ ਵੀ ਚੀਜ਼ ਉਹਦੇ ਹੁਕਮ ਤੋਂ ਬਾਹਰ ਨਹੀਂ। ਅਧਰ ਰਹਾਵੇ, ਫਿਰ ਸਾਰੀ ਸ੍ਰਿਸ਼ਟੀ ਨੂੰ ਕਿਸੇ ਖਾਸ ਆਸਰੇ ਤੋਂ ਬਿਨਾਂ ਰੱਖਿਆ ਹੋਇਆ ਹੈ। ਆਪ ਜੀ ਨੇ ਪੜ੍ਹਿਆ ਵੀ ਧਰਤੀ ਹੈ, ਘੁੰਮਦੀ ਵੀ ਪਈ ਹੈ। ਧਰਤੀ ਹੈ, ਇਹਨੂੰ ਆਸਰਾ ਕਿਹੜੀ ਚੀਜ਼ ਦਾ ਹੈ? ਆ ਪਹਿਲੇ ਖਿਆਲ ਚੱਲਦੇ ਹੁੰਦੇ ਸੀ ਨਾ ਵੀ ਭੁਚਾਲ ਆ ਗਿਆ ਜੀ, ਬਲਦ ਦੇ ਸਿੰਗਾਂ ਦੇ ਉੱਤੇ ਧਰਤੀ ਖੜੀ ਹੋਈ ਹੈ ਤੇ ਬਲਦ ਨੇ ਕੀ ਕੀਤਾ ਜੀ, ਆਪਣਾ ਸਿੰਘ ਬਦਲਿਆ ਤੇ ਤਾਂ ਕਰਕੇ ਭੁਚਾਲ ਆ ਗਿਆ। ਇਹ ਪਹਿਲਾਂ ਖਿਆਲ ਹੁੰਦੇ ਸੀ। ਗੁਰੂ ਨਾਨਕ ਸਾਹਿਬ ਨੇ ਕੰਡੈਮ ਕੀਤੇ ਨਾ ਇਹ ਖਿਆਲ। ਹੁਣ ਬਾਹਰੋਂ ਧਰਤੀ ਦੀਆਂ ਫੋਟੋਆਂ ਵੀ ਆ ਗਈਆਂ, ਕਿਸੇ ਨੂੰ ਨਹੀਂ ਲੱਭਾ ਵੀ ਧਰਤੀ ਕਿਹਦੇ ਆਸਰੇ ਤੇ ਖਲੋਤੀ ਹੈ। ਇੱਕ ਮਰਿਆਦਾ ਦੇ ਵਿੱਚ ਖੜੀ ਹੈ ਬਸ। ਔਰ ਇੰਨੇ ਗ੍ਰਹਿ ਇੱਕ ਦੂਸਰੇ ਦੇ ਨਾਲ ਕਦੀ ਟਕਰਾਉਂਦੇ ਵੀ ਨਹੀਂ। ਉਹਨੂੰ ਕੀ ਕਿਹਾ ਜਾਂਦਾ ਹੈ?
ਆਪਣੀ ਮਰਿਆਦਾ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਇਹਨਾਂ ਨੂੰ ਤੋਰਦਾ ਹੈ, ਔਰ ਬਿਨਾਂ ਕਿਸੇ ਆਸਰੇ ਦੇ ਉੱਤੇ, ਕੋਈ ਪਿੱਲਰ ਦੀ ਲੋੜ ਨਹੀਂ ਹੈ ਉਹਨਾਂ ਨੂੰ। ਹੁਕਮੇ ਉਪਜੈ ਹੁਕਮ ਸਮਾਵੈ, ਜੀਵ ਮਨੁੱਖ ਪੈਦਾਇਸ਼ ਜੋ ਵੀ ਬਨਸਪਤੀ ਹੈ ਉਹਦੇ ਹੁਕਮ ਦੇ ਵਿੱਚ ਉਪਜਦੀ ਹੈ, ਪੈਦਾ ਹੁੰਦੀ ਹੈ, ਹੁਕਮ ਦੇ ਵਿੱਚ ਹੀ ਸਮਾ ਜਾਂਦੀ ਹੈ, ਭਵ ਕੇ ਖਤਮ ਹੋ ਜਾਂਦੀ ਹੈ। ਹੁਕਮੇ ਊਚ ਨੀਚ ਵਿਵਹਾਰ, ਜਿੰਨੇ ਵੀ ਉੱਚੇ ਕਰਮ ਜਾਂ ਨੀਵੇਂ ਕਰਮ ਹੋ ਰਹੇ ਨੇ ਇਹ ਰੱਬ ਦੀ ਮਰਿਆਦਾ ਦੇ ਵਿੱਚ ਹੋ ਰਹੇ ਨੇ। ਹੁਣ ਇਹਦਾ ਇੱਕ ਪਾਸਾ ਤੇ ਇਹ ਵੀ ਹੋ ਜਾਂਦਾ ਹੈ ਵੀ ਇਹਨਾਂ ਲਫ਼ਜ਼ਾਂ ਨੂੰ ਸਮਝ ਕੇ ਜਿਹੜੇ ਗਲਤ ਕੰਮ ਕਰਦੇ ਨੇ ਉਹ ਕਹਿੰਦੇ ਨੇ ਵੀ ਇਹ ਵੀ ਤੇ ਰੱਬ ਦੀ ਮਰਜ਼ੀ ਦੇ ਵਿੱਚ ਹੀ ਹੋ ਰਹੇ ਨੇ। ਅਸਲ ਦੇ ਵਿੱਚ ਪਿੱਛੇ ਜਿਹੜੀ ਪਾਵਰ ਹੈ ਉਹ ਅਕਾਲ ਪੁਰਖ ਵਾਹਿਗੁਰੂ ਹੈ। ਇੱਦਾਂ ਸਮਝ ਲਈਏ ਇਹਨੂੰ ਵੀ, ਅਸੀਂ ਆਪਣਾ ਬੱਚਾ ਸਕੂਲ ਦੇ ਵਿੱਚ ਦਾਖਲ ਕਰਾਇਆ, ਹੁਣ ਉਹਨੇ ਸਕੂਲ ਦੇ ਵਿੱਚ ਜਾ ਕੇ ਪੜ੍ਹਾਈ ਨਹੀਂ ਕੀਤੀ, ਉਹਨੇ ਕਦੀ ਕਿਸੇ ਨਾਲ ਲੜਾਈ ਲੈ ਲਈ, ਕਦੀ ਕਿਸੇ ਨਾਲ ਲੜਾਈ ਲੈ ਲਈ। ਵੇਖਣ ਨੂੰ ਇਹੀ ਲੱਗੇਗਾ ਵੀ ਇਹ ਬੱਚਾ ਲੜਾਈ ਕਰਦਾ ਪਿਆ ਹੈ, ਪਰ ਜੇ ਮਾਂ ਪਿਓ ਸੀ ਸਕੂਲ ਦੇ ਵਿੱਚ ਐਡਮਿਸ਼ਨ ਹੀ ਨਾ ਕਰਾਉਂਦੇ ਤੇ ਕੀ ਲੜ ਲੈਣਾ ਸੀ ਉਹਨੇ ਉੱਥੇ ਜਾ ਕੇ। ਪਿੱਛੇ ਰੀਜ਼ਨ ਅਕਾਲ ਪੁਰਖ ਵਾਹਿਗੁਰੂ ਹੈ, ਅੱਗੇ ਸਾਰੇ ਕਰਤੇ ਤੁਰੇ ਫਿਰਦੇ ਨੇ। ਹਜ਼ੂਰ ਕਹਿੰਦੇ ਨੇ ਨਾ, ਆਪੇ ਦੋਸ਼ ਨਾ ਦੇਈ ਕਰਤਾ, ਜਮ ਕਰ ਮੁਗਲ ਚੜਾਇਆ। ਉਹ ਆਪਣੇ ਤੇ ਦੋਸ਼ ਨਹੀਂ ਆਉਣ ਦਿੰਦਾ, ਬਾਕੀ ਸਾਰੇ ਆਪਣੇ ਆਪ ਤੁਰੇ ਰਹਿੰਦੇ ਨੇ, ਕਰਵਾ ਸਾਰਾ ਕੁਝ ਪਿੱਛੇ ਉਹੀ ਰਿਹਾ ਹੁੰਦਾ ਹੈ। ਪਰ ਇਹਦਾ ਮਤਲਬ ਇਹ ਵੀ ਨਹੀਂ ਵੀ ਕੋਈ ਬੜਾ ਸੌਖਾ ਛੁੱਟ ਜਾਵੇ ਵੀ ਜੇ ਸਾਰਾ ਕੁਝ ਤੇ ਰੱਬ ਹੀ ਕਰਾਉਂਦਾ ਹੈ ਇਸ ਕਰਕੇ ਮੈਂ ਚੋਰੀ ਵੀ ਕਰ ਲਈ, ਰੱਬ ਹੀ ਸਾਰਾ ਕਰਾਉਂਦਾ ਹੈ ਇਸ ਕਰਕੇ ਮੈਂ ਗਲਤ ਕੰਮ ਵੀ ਕਰ ਲਏ। ਪਿੱਛੇ ਤਾਕਤ ਉਹ ਦਿੰਦਾ ਹੈ, ਜੇ ਸਾਹ ਹੀ ਨਾ ਦੇਵੇ ਤੇ ਚੋਰ ਕੀ ਚੋਰੀ ਕਰ ਲਵੇ, ਸਰੀਰ ਦੇ ਵਿੱਚ ਹਿੰਮਤ ਹੀ ਨਾ ਦੇਵੇ ਤੇ ਚੋਰ ਵੀ ਕੀ ਚੋਰੀ ਕਰ ਸਕਦਾ ਹੈ। ਇਸ ਕਰਕੇ ਜਿੰਨੇ ਵੀ ਚੰਗੇ ਕੰਮ ਹੋ ਰਹੇ ਨੇ ਤੇ ਮਾੜੇ ਕੰਮ ਹੋ ਰਹੇ ਨੇ, ਇਹਨਾਂ ਦੇ ਪਿੱਛੇ ਜਿਹੜਾ ਵਿਹਾਰ ਹੈ, ਪਿੱਛੇ ਤਾਕਤ ਹੈ, ਉਹ ਅਕਾਲ ਪੁਰਖ ਵਾਹਿਗੁਰੂ ਹੈ। ਹੁਕਮੇ ਊਚ ਨੀਚ ਵਿਵਹਾਰ, ਹੁਕਮੇ ਅਨੇਕ ਰੰਗ ਪ੍ਰਕਾਰ, ਅਨੇਕਾਂ ਹੀ ਰੰਗਾਂ ਦੇ, ਅਨੇਕਾਂ ਹੀ ਕਿਸਮਾਂ ਦੇ ਆ ਜਿਹੜੇ ਸੰਸਾਰ ਦੇ ਵਿੱਚ ਤਮਾਸ਼ੇ ਹੋਈ ਜਾਂਦੇ ਨੇ ਨਾ, ਖੇਡਾਂ ਹੋਈ ਜਾਂਦੀਆਂ ਨੇ। ਮਹਾਰਾਜ ਤੈਨੂੰ ਖੇਡਾਂ ਮੰਨਦੇ ਨੇ ਵੀ ਜਿੱਦਾਂ ਖੇਡਾਂ ਵੇਖਦੇ ਦੁਨੀਆ ਨੂੰ, ਇੱਦਾਂ ਵੇਖੋ ਵੀ ਹੋਈ ਕੀ ਜਾਂਦਾ ਪਲ ਪਲ ਦੇ ਵਿੱਚ। ਖਿਨ ਮੈਂ ਅਵਰ ਖਿਨੈ ਮੈਂ ਅਵਰਾ, ਅਚਰਜ ਚਲਤ ਤੁਮਾਰੇ। ਹਜ਼ੂਰ ਕਹਿੰਦੇ ਹੁਕਮੇ ਅਨੇਕ ਰੰਗ ਪ੍ਰਕਾਰ, ਅਨੇਕਾਂ ਪ੍ਰਕਾਰਾਂ ਦੀਆਂ ਖੇਡਾਂ ਵੀ ਉਹਦੇ ਹੁਕਮ ਦੇ ਵਿੱਚ ਹੁੰਦੀਆਂ ਨੇ। ਕਰ ਕਰ ਦੇਖੈ ਆਪਣੀ ਵਡਿਆਈ, ਬਸ ਇੱਦਾਂ ਕਹਿ ਲਈਏ ਰੱਬ ਆਪਣੇ ਕੀਤੇ ਕੰਮਾਂ ਨੂੰ ਆਪ ਹੀ ਵੇਖਦਾ ਪਿਆ ਹੈ, ਆਪ ਹੀ ਸੰਭਾਲਦਾ ਹੈ ਇਹਨਾਂ ਕੰਮਾਂ ਨੂੰ। ਜਿੱਥੇ ਬੜਿਆਂ ਨੂੰ ਇੰਝ ਲੱਗਦਾ ਨਾ ਵੀ ਮੈਂ ਬੜਾ ਕੁਝ ਹਾਂ ਦੁਨੀਆ ਦੇ ਉੱਤੇ, ਰੱਬ ਲਈ ਬਸ ਖੇਡ ਜੀ ਹੈ। ਇੱਦਾਂ ਕਹਿ ਲਈਏ ਨਾ ਵੀ ਬੜੇ ਰੌਲਾ ਪਾਉਣ ਵਾਲੇ, ਬੜੀ ਉੱਚੀ ਉੱਚੀ ਬੋਲਣ ਵਾਲੇ ਮਹਾਰਾਜ ਜੀ ਦੇ ਕੋਲ ਆਉਂਦੇ ਨੇ ਤੇ ਮਹਾਰਾਜ ਬਸ ਹੱਸ ਕੇ ਟਾਲ ਛੱਡਦੇ ਨੇ ਵੀ 2-4 ਦਿਨ ਖੇਡ ਲਾ, ਬਸ ਫਿਰ ਵੇਖ ਲਾਂਗੇ ਤੇਰੇ ਨਾਲ ਕੀ ਬਣਦਾ। ਇਹ ਇੱਦਾਂ ਦੀਆਂ ਖੇਡਾਂ ਹੁੰਦੀਆਂ ਨੇ। ਹਜ਼ੂਰ ਕਹਿੰਦੇ ਨੇ ਕਰ ਕਰ ਦੇਖੈ ਆਪਣੀ ਵਡਿਆਈ, ਨਾਨਕ ਸਭ ਮਹਿ ਰਹਿਆ ਸਮਾਈ। ਫਿਰ ਸਾਰਿਆਂ ਦੇ ਵਿੱਚ ਸਮਾਇਆ ਹੋਇਆ ਹੈ, ਉੱਚਾ ਹੈ, ਨੀਵਾਂ ਹੈ, ਪਿੱਛੇ ਪਾਵਰ ਉਹਦੀ ਹੀ ਚੱਲਦੀ ਪਈ ਹੈ। ਫਿਰ ਅਗਲੀ ਗੱਲ, ਪ੍ਰਭ ਭਾਵੈ ਮਾਨੁਖ ਗਤ ਪਾਵੈ। ਇਹ ਪ੍ਰਭੂ ਦੇ ਭਾਉਣ ਦੀ ਗੱਲ ਹੈ, ਬੰਦੇ ਦੇ ਭਾਉਣ ਦੀ ਗੱਲ ਨਹੀਂ ਹੈ। ਰੱਬ ਨੂੰ ਚਾਹਵੇ ਤੇ ਰੱਬ ਚਾਹਵੇ ਤੇ ਕੀ ਹੋ ਸਕਦਾ ਹੈ। ਬੰਦਾ ਇਹਨੂੰ ਸੋਚੇਗਾ ਨਾ, ਹੁਣ ਇੱਕ ਵੱਡੇ ਬੰਦੇ ਦੀ ਗੱਲ ਦੱਸ ਦਿੱਤੀ ਵੀ ਇਹ ਜਿਹੜਾ ਪਹਿਲਵਾਨ ਹੈ ਇਹ 8 ਜਾਣਿਆਂ ਨਾਲ ਲੜ ਲੈਂਦਾ, ਤੇ ਜਿਹਦਾ ਸਰੀਰ ਹੀ ਮੇਰੇ ਵਰਗਾ ਸੀ ਉਹ ਸੋਚਦਾ ਵੀ ਇਹ ਕਿੱਦਾਂ ਹੋ ਸਕਦਾ, ਕਿਉਂਕਿ ਮੈਂ ਨਹੀਂ ਲੜ ਸਕਦਾ ਤੇ ਇਹ ਕਿੱਦਾਂ ਲੜ ਸਕਦਾ। ਬੰਦਿਆਂ ਨੇ ਆਪਣੀ ਅਕਲ ਦੇ ਨਾਲ ਰੱਬ ਨੂੰ ਵੀ ਸੋਚਣਾ ਸ਼ੁਰੂ ਕੀਤਾ ਹੋਇਆ ਹੈ ਵੀ ਜੇ ਇਹ ਕੰਮ ਮੇਰੇ ਹੁੰਦਿਆਂ ਨਹੀਂ ਹੋਇਆ ਤੇ ਬਾਅਦ 'ਚ ਵੀ ਕਿੱਦਾਂ ਹੋ ਸਕਦਾ ਹੈ। ਸਤਿਗੁਰੂ ਕਹਿੰਦੇ ਰੱਬ ਲਈ ਕੋਈ ਖੇਡ ਥੋੜ੍ਹਾ ਹੈ ਵੱਡੀ, ਕਰਨ ਹਾਰ ਕੋ ਕਿਛ ਅਚਰਜ ਨਾਹੀਂ। ਸਾਡੇ ਲਈ ਜਿਹੜੀਆਂ ਬੜੀਆਂ ਬੜੀਆਂ ਵੱਡੀਆਂ ਖੇਡਾਂ ਨੇ ਨਾ, ਰੱਬ ਲਈ ਕੁਝ ਵੀ ਨਹੀਂ ਹੈ। ਮਹਾਰਾਜ ਕਹਿੰਦੇ ਪ੍ਰਭ ਭਾਵੈ ਮਾਨੁਖ ਗਤ ਪਾਵੈ। ਰੱਬ ਨੂੰ ਭਾ ਜਾਵੇ, ਰੱਬ ਨੂੰ ਚੰਗਾ ਲੱਗ ਜਾਵੇ ਤੇ ਮਨੁੱਖ ਉੱਚੀ ਅਵਸਥਾ ਹਾਸਲ ਕਰ ਲੈਂਦਾ ਹੈ। ਰੱਬ ਨੂੰ ਭਾ ਜਾਵੇ ਤੇ ਪ੍ਰਭ ਭਾਵੈ ਤਾਂ ਪਾਥਰ ਤਰਾਵੈ। ਪ੍ਰਭੂ ਨੂੰ ਚੰਗਾ ਲੱਗ ਜਾਵੇ ਤੇ ਪੱਥਰ ਦਿਲ ਬੰਦਿਆਂ ਨੂੰ ਵੀ ਤਾਰ ਲੈਂਦਾ ਹੈ। ਜਿਹੜੇ ਬਿਲਕੁਲ ਹੀ ਇੱਦਾਂ ਕਹਿ ਸਕਦੇ ਹੋ ਵੀ ਬਦਲ ਹੀ ਨਹੀਂ ਸਕਦੇ, ਕਿਉਂਕਿ ਪੱਥਰ ਬੜਾ ਔਖਾ ਬਦਲਦਾ ਹੈ। ਜਿਨ੍ਹਾਂ ਦੇ ਬਾਰੇ ਬੰਦੇ ਜ਼ੋਰ ਲਾ ਲਾ ਕੇ ਹਟ ਗਏ ਵੀ ਬਦਲ ਜਾਣ, ਨਹੀਂ ਬਦਲੇ। ਮਹਾਰਾਜ ਕਹਿੰਦੇ ਰੱਬ ਚਾਹਵੇ ਤੇ ਪੱਥਰ ਦਿਲ ਵੀ ਬਦਲ ਜਾਂਦੇ ਨੇ। ਫਿਰ ਪ੍ਰਭ ਭਾਵੈ ਬਿਨ ਸਾਸ ਤੇ ਰੱਖ ਹੈ। ਇਹ ਬੜੇ ਜਾਣੇ ਅੜਦੇ ਹੁੰਦੇ ਨੇ ਇਹਨਾਂ ਗੱਲਾਂ ਦੇ ਉੱਤੇ ਵੀ ਸਾਹ ਤੋਂ ਬਿਨਾਂ ਬੰਦਾ ਕਿੱਦਾਂ ਰਹਿ ਸਕਦਾ। ਤੇ ਸਾਡਾ ਤੇ ਹੁਣ ਬੜਾ ਸੌਖਾ ਸਾਹ ਆ ਰਿਹਾ ਨਾ, ਮਹਾਰਾਜ ਨੇ ਤੰਦਰੁਸਤੀ ਦਿੱਤੀ ਹੈ ਤੇ ਸਾਨੂੰ ਲੱਗਦਾ ਵੀ ਇਹਦੇ ਤੋਂ ਬਿਨਾਂ ਤੇ ਔਖਾ ਹੈ, ਕਿਉਂਕਿ ਸਾਡੀ ਆਮ ਮਨੁੱਖਤਾ ਇਹਦੇ ਉੱਤੇ ਖੜੀ ਹੋਈ ਹੈ। ਆ ਹੌਸਪੀਟਲ ਦੇ ਵਿੱਚ ਵੇਖੋ ਕਿੰਨੀ ਵਾਰ ਇੱਦਾਂ ਹੋ ਜਾਂਦਾ ਵੀ ਬੰਦੇ ਦੇ ਆਪਣੇ ਸਾਹ 'ਤੇ ਹਿੰਮਤ ਹੀ ਨਹੀਂ ਹੁੰਦੀ, ਉਹਨਾਂ ਦੀ ਆਰਟੀਫਿਸ਼ੈਲਿਟੀ ਦਿੱਤੀ ਜਾ ਰਹੀ ਹੈ ਨਾ।
ਆਕਸੀਜਨ ਦਾ ਰੂਪ ਹੈ। ਕਈ ਬੰਦੇ ਨੋਰਮਲ ਵੇਖੋ ਸਾਹ 2 ਮਿੰਟ 2.5 ਮਿੰਟ ਰੁਕੋਗੇ ਤੇ ਬਾਅਦ ਦੇ ਵਿੱਚ ਬੰਦੇ ਦੀ ਲਿਮਿਟ ਖਤਮ ਹੋ ਜਾਂਦੀ ਹੈ। ਕੁਝ ਬੰਦਿਆਂ ਨੂੰ ਛੱਡ ਕੇ, ਕੁਝ ਬੰਦੇ ਇੱਦਾਂ ਦੇ ਵੀ ਨੇ ਜਿਹੜਾ ਲੰਮਾ ਸਾਹ ਉਹਨਾਂ ਦਾ ਹੋ ਜਾਂਦਾ ਹੈ। ਪਰ ਆਮ ਕਰਕੇ ਵੇਖਿਓ, ਆਮ ਬੰਦੇ ਤੇ ਇੰਨਾ ਲੰਮਾ ਸਾਹ ਨਹੀਂ ਰੱਖ ਸਕਦੇ। ਪਰ ਕਈਆਂ ਦੀਆਂ ਖਬਰਾਂ ਸੁਣੀਆਂ ਜੀ, ਬੰਦਾ ਅੱਧਾ ਘੰਟਾ ਡੁੱਬਾ ਰਿਹਾ, ਬਾਅਦ ਦੇ ਵਿੱਚ ਠੀਕ ਹੋ ਗਿਆ। ਇਹ ਮੈਂ ਖੁਦ ਖਬਰ ਸੁਣੀ ਸੀ। ਮਹਾਰਾਜ ਇਹ ਬੰਦੇ ਵਾਲੇ ਪਾਸੇ ਤੋਂ ਨੇ ਵੀ ਬੰਦਾ ਜਿੱਦ ਕਰਕੇ ਰੱਖੇ ਵੀ ਮੈਂ ਸਾਹ ਰੋਕਦਾ ਹਾਂ ਤੇ ਫਿਰ ਮੈਂ ਵੇਖਾਂ ਵੀ ਮੈਂ ਜਿੰਦਾ ਰਹਿ ਸਕਦਾ ਹਾਂ, ਪਤਾ ਨਹੀਂ ਕੀ ਹੋ ਜਾਵੇ। ਪਰ ਸਤਿਗੁਰੂ ਕਹਿੰਦੇ ਪ੍ਰਭ ਭਾਵੈ, ਜੇ ਰੱਬ ਨੇ ਰੱਖਣਾ ਹੈ ਤੇ ਫਿਰ ਸਾਹ ਕਿਹੜੀ ਬਹੁਤੀ ਵੱਡੀ ਗੱਲ ਹੈ, ਉਹਨੇ ਇਹਨਾਂ ਤੋਂ ਬਿਨਾਂ ਵੀ ਰੱਖ ਲੈਣਾ ਹੈ। ਇਹ ਅਜੇ ਜਦੋਂ ਆਪਣੀ ਅਕਲ ਤੋਂ ਸੋਚੀਦਾ ਹੈ ਨਾ, ਤੇ ਮੈਂ ਬੇਨਤੀ ਕਰ ਦੇਵਾਂ, ਇਹ ਅਰਥ ਬਹੁਤਿਆਂ ਨੂੰ ਪਚਦੇ ਵੀ ਨਹੀਂ। ਤੁਹਾਡੀ ਗੱਲ ਨਹੀਂ, ਗਿਆਨੀਆਂ ਨੂੰ ਜ਼ਿਆਦਾ ਔਖੇ ਕਰਦੇ ਨੇ ਇਹ ਅਰਥ। ਪਰ ਮੈਂ ਬੇਨਤੀ ਕਰ ਦੇਵਾਂ, ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਬੋਲ ਹੈ, ਸ਼ਬਦ ਹੈ ਕੀੜਾ ਥਾਪ ਦੇ ਪਾਤਸ਼ਾਹੀ ਲਸ਼ਕਰ ਕਰੇ ਸਵਾ। ਉਹਦੇ ਵਿੱਚ ਆਖਰੀ ਪੰਕਤੀ ਆਉਂਦੀ ਹੈ, ਜੇਤੇ ਜੀ ਜੀਵੈ ਲੈ ਸਾਹ। ਜਿੰਨੇ ਵੀ ਜੀ ਸਾਹ ਲੈ ਲੈ ਕੇ ਜੀਂਦੇ ਨੇ ਨਾ, ਜੇ ਰੱਬ ਨੇ ਉਹਨਾਂ ਨੂੰ ਜਿਵਾਲਣਾ ਹੋਵੇ ਨਾ, ਜਿਵਾਲੇ ਤਾਂ ਕਿ ਅਸਾ, ਤੇ ਫਿਰ ਸਾਹ ਕਿੱਡੀ ਕੁ ਵੱਡੀ ਗੱਲ ਹੈ। ਮਹਾਰਾਜ ਕਹਿੰਦੇ ਸਾਹ ਤੋਂ ਬਿਨਾਂ ਵੀ ਜਿਵਾ ਸਕਦਾ ਹੈ, ਉਹਦੀ ਖੇਡ ਹੈ ਨਾ। ਹਜ਼ੂਰ ਕਹਿੰਦੇ ਪ੍ਰਭ ਭਾਵੈ ਬਿਨ ਸਾਸ ਤੇ ਰਾਖੈ। ਸਾਹ ਕਿੱਡੀ ਕੁ ਵੱਡੀ ਗੱਲ ਹੈ ਉਹਦੇ ਲਈ। ਪ੍ਰਭ ਭਾਵੈ ਤਾਂ ਹਰ ਗੁਣ ਭਾਖੈ। ਪ੍ਰਭੂ ਨੂੰ ਭਾਉਂਦਾ ਹੈ ਤੇ ਜੀਵ ਵਾਹਿਗੁਰੂ ਦਿਆਂ ਗੁਣਾਂ ਨੂੰ ਬੋਲਦਾ ਹੈ। ਭਾਖਾ ਭਾਸ਼ਾ ਬੋਲਣਾ। ਹਜ਼ੂਰ ਕਹਿੰਦੇ ਜੀਵ ਰੱਬ ਦਿਆਂ ਗੁਣਾਂ ਨੂੰ ਬੋਲਦਾ ਹੈ। ਪ੍ਰਭ ਭਾਵੈ ਤਾਂ ਪਤਿਤ ਉਧਾਰੈ। ਪ੍ਰਭੂ ਚਾਹਵੇ ਤਾਂ ਜਿਹੜੇ ਡਿੱਗੇ ਹੋਏ ਬੰਦੇ ਨੇ ਉਹਨਾਂ ਨੂੰ ਉਧਾਰ ਲੈਂਦਾ ਹੈ, ਪਾਰ ਕਰ ਦਿੰਦਾ ਹੈ। ਆਪ ਕਰੈ ਆਪਨ ਵਿਚਾਰੇ। ਹਜ਼ੂਰ ਕਹਿੰਦੇ ਨੇ ਅਕਾਲ ਪੁਰਖ ਵਾਹਿਗੁਰੂ ਆਪ ਹੀ ਸ੍ਰਿਸ਼ਟੀ ਨੂੰ ਪੈਦਾ ਕਰਦਾ ਹੈ ਤੇ ਫਿਰ ਕਰਦਾ ਕੀ ਹੈ, ਆਪਣੀ ਸਲਾਹ ਦੇ ਨਾਲ। ਇਹ ਨਹੀਂ ਵੀ ਉਹਨੇ ਲੋਕਾਂ ਦੇ ਕੋਲੋਂ ਸਲਾਹ ਲੈਣੀ ਹੈ, ਉਹਦਾ ਆਪਣਾ ਹੀ ਸਾਰਾ ਵਿਚਾਰ ਹੈ। ਬੀਓ ਪੂਛਣਾ ਮਸਲਤ ਧਰੈ। ਉਹ ਕਿਸੇ ਨੂੰ ਸਲਾਹ ਨਹੀਂ ਕਰਦਾ ਵੀ ਮੈਂ ਇੱਦਾਂ ਕਰਨਾ ਤੇ ਤੁਸੀਂ ਮੈਨੂੰ ਸਲਾਹ ਦਿਓ। ਉਹ ਆਪ ਇੰਨਾ ਮੁਕੰਮਲ ਹੈ, ਉਹਨੂੰ ਸਲਾਹ ਦੀ ਲੋੜ ਨਹੀਂ ਹੈ। ਹਜ਼ੂਰ ਕਹਿੰਦੇ ਦੋਹਾਂ ਸਿਰਿਆਂ ਕਾ ਆਪ ਸੁਆਮੀ। ਦੋ ਸਿਰੇ ਨੇ ਨਾ ਸਾਡੀ ਜ਼ਿੰਦਗੀ ਦੇ, ਜਨਮ ਦਾ ਤੇ ਮੌਤ ਦਾ। ਵਿੱਚ ਤੇ ਇੱਦਾਂ ਹੈ ਨਾ ਵੀ ਥਰੈਡ ਹੋਵੇ ਤੇ ਥਰੈਡ ਦੇ ਦੋ ਸਿਰੇ ਨੇ ਬਸ, ਇੱਕ ਸ਼ੁਰੂ ਵਾਲਾ ਤੇ ਇੱਕ ਐਂਡ ਵਾਲਾ। ਵਿੱਚ ਅਸੀਂ ਜੀ ਰਹੇ ਹਾਂ। ਦੋਵਾਂ ਸਿਰਿਆਂ ਦਾ ਮਾਲਕ ਉਹ ਹੈ, ਸ਼ੁਰੂ ਵਾਲਾ ਵੀ ਤੇ ਅੰਤ ਵਾਲਾ ਵੀ। ਸ੍ਰਿਸ਼ਟੀ ਦੀ ਸ਼ੁਰੂਆਤ ਲੈ ਲਓ, ਬ੍ਰਹਮੰਡ ਦੀ ਸ਼ੁਰੂਆਤ ਲੈ ਲਓ। ਹਜ਼ੂਰ ਕਹਿੰਦੇ ਇਹਨਾਂ ਸ਼ੁਰੂਆਤ ਦਾ ਤੇ ਅੰਤ ਦਾ ਮਾਲਕ ਆਪ ਹੈ। ਦੋਹਾਂ ਸਿਰਿਆਂ ਕਾ ਆਪ ਸੁਆਮੀ। ਖੇਲੈ ਬਿਗਸੈ ਅੰਤਰ ਜਾਮੀ। ਬੜੇ ਆਨੰਦ ਦੇ ਨਾਲ ਖੇਡਦਾ ਪਿਆ ਹੈ। ਉਹਦੇ ਲਈ ਬਰਡਨ ਨਹੀਂ ਹੈ ਕੋਈ, ਉਹਦੇ ਲਈ ਖੇਡ ਹੈ ਬਸ। ਜਿੱਦਾਂ ਬੱਚਿਆਂ ਲਈ ਖੇਡ ਹੈ ਨਾ ਦੁਨੀਆ, ਉੱਦਾਂ ਮਾਲਕ ਲਈ ਸਿਰਫ ਖੇਡ ਹੈ। ਔਰ ਇਸੇ ਕਰਕੇ ਮਹਾਰਾਜ ਕਹਿੰਦੇ ਨੇ ਵੀ ਜਬ ਉਦਕਰਖ ਕਰਾ ਕਰਤਾਰਾ, ਪ੍ਰਜਾ ਧਰਤ ਤਬ ਦੇਹ ਅਪਾਰਾ। ਜਬ ਆਕਰਖ ਕਰਤ ਹੋ ਕਬ ਹੂੰ, ਤੁਮ ਮੈਂ ਮਿਲਤ ਦੇਹ ਤਰ ਸਭ ਹੂੰ। ਉਹਦੇ ਲਈ ਬਹੁਤੀ ਨਹੀਂ ਹੈ। ਇਹ ਤਾਂ ਇੱਦਾਂ ਸਮਝਿਆ ਜਾ ਸਕਦਾ ਵੀ ਦੁਨੀਆ ਨੂੰ ਉਹਨੇ ਵੰਡਣਾ ਹੋਵੇ ਤੇ ਹੱਥ ਦੀ ਆ ਜਿਹੜੀ ਤਲੀ ਆ ਖੋਲ ਦਿੰਦਾ ਹੈ ਤੇ ਦੁਨੀਆ ਦੇ ਵਿੱਚ ਸਾਰਾ ਕੁਝ ਮਿਲ ਜਾਂਦਾ ਹੈ। ਤੇ ਜਿੱਦਣ ਚਾਹਵੇ ਤੇ ਜਿੱਦਾਂ ਆਪਾਂ ਲੋਈ ਦੀ ਬੁੱਕਲ ਮਾਰ ਲੈਂਦੇ ਆ ਨਾ, ਬਸ ਉੱਦਾਂ ਸਾਰੇ ਸੰਸਾਰ ਨੂੰ ਸਮੇਟ ਲੈਂਦਾ ਹੈ। ਬਸ ਇੰਨੀ ਕੁ ਖੇਡ ਹੈ, ਉਹਦੇ ਲਈ ਕੋਈ ਵੱਡੀ ਗੱਲ ਨਹੀਂ ਹੈ। ਦੋਹਾਂ ਸਿਰਿਆਂ ਕਾ ਆਪ ਸੁਆਮੀ। ਖੇਲੈ ਬਿਗਸੈ ਅੰਤਰ ਜਾਮੀ। ਦਿਲਾਂ ਦੀਆਂ ਜਾਣਨ ਵਾਲਾ ਹੈ ਤੇ ਆਰਾਮ ਦੇ ਨਾਲ ਖੇਡਦਾ ਹੈ ਸੰਸਾਰ ਦੀ ਖੇਡ ਨੂੰ ਤੇ ਖੁਸ਼ ਹੋਈ ਜਾਂਦਾ ਹੈ। ਜੋ ਭਾਵੈ ਸੋ ਕਾਰ ਕਰਾਵੇ। ਜੋ ਉਹਨੂੰ ਚਾਹੁੰਦਾ ਹੈ ਉਹ ਉਹੀ ਕਾਰ ਲੋਕਾਂ ਦੇ ਕੋਲੋਂ, ਕਿਰਤ ਲੋਕਾਂ ਦੇ ਕੋਲੋਂ ਕਰਵਾਉਂਦਾ ਹੈ। ਨਾਨਕ ਦ੍ਰਿਸ਼ਟੀ ਅਵਰ ਨਾ ਆਵੇ। ਇੰਨੀ ਤਾਕਤ ਵਾਲਾ ਹੋਰ ਕੋਈ ਸਾਨੂੰ ਨਜ਼ਰ ਹੀ ਨਹੀਂ ਆਉਂਦਾ ਵੀ ਜਿਹੜਾ ਇੰਨਾ ਕੁਝ ਖੇਡ ਖਿਡਵਾ ਸਕਦਾ ਹੋਵੇ ਜੀਵਾਂ ਦੇ ਕੋਲੋਂ। ਫਿਰ ਮਹਾਰਾਜ ਨੇ ਅੱਗੇ ਮਨੁੱਖ ਦੀ ਗੱਲ ਕੀਤੀ। ਕਹੋ ਮਨੁੱਖ ਤੇ ਕਿਆ ਹੋਏ ਆਵੇ। ਸਤਿਗੁਰੂ ਕਹਿੰਦੇ ਦੱਸੋ ਵੀ ਬੰਦੇ ਦੇ ਕੋਲੋਂ ਕੀ ਹੋ ਸਕਦਾ ਹੈ। ਜੋ ਤਿਸ ਭਾਵੈ ਸੋਈ ਕਰਾਵੇ। ਜੋ ਕੁਝ ਮਾਲਕ ਚਾਹੁੰਦਾ ਹੈ ਉਹੀ ਜੀਵਾਂ ਦੇ ਕੋਲੋਂ ਕਰਾਉਂਦਾ ਹੈ। ਬਹੁਤੀ ਵਾਰ ਬੰਦੇ ਨੂੰ ਲੱਗਦਾ ਵੀ ਮੈਂ ਕਰਦਾ ਹਾਂ। ਅਸਲ ਦੇ ਵਿੱਚ ਬੰਦੇ ਦੇ ਕੋਲ ਜਿਹੜੀ ਜਿਹੜੀ ਚੀਜ਼ ਆ ਜਾਂਦੀ ਹੈ, ਬੰਦਾ ਉਸ ਹਿਸਾਬ ਦੇ ਨਾਲ ਵਰਤਦਾ ਹੈ। ਚੀਜ਼ ਚਲੀ ਗਈ, ਫਰਸਟ੍ਰੇਸ਼ਨ ਆ ਗਈ। ਚੀਜ਼ ਆ ਗਈ, ਬੰਦਾ ਹੰਕਾਰਿਆ ਗਿਆ। ਇਹਨੂੰ ਕੀ ਕਿਹਾ ਜਾਂਦਾ ਹੈ? ਬੰਦਾ ਤੇ ਬੰਦਾ ਹੀ ਰਿਹਾ, ਪਰ ਚੀਜ਼ਾਂ ਨੇ ਬੰਦੇ ਦਾ ਸੁਭਾਅ ਉਸੇ ਵੇਲੇ ਬਦਲ ਦਿੱਤਾ। ਅਸੀਂ ਉਹੀ ਹਾਂ, ਪਰ ਹਰ ਇੱਕ ਚੀਜ਼ ਪ੍ਰਭਾਵ ਪਾ ਗਈ ਨਾ ਆਪਣਾ। ਹਜ਼ੂਰ ਕਹਿੰਦੇ ਬੰਦੇ ਦੇ ਕੋਲੋਂ ਕੀ ਹੋ ਸਕਦਾ ਹੈ। ਜੋ ਤਿਸ ਭਾਵੈ ਸੋਈ ਕਰਾਵੇ। ਜੋ ਰੱਬ ਕਰਾਉਂਦਾ ਹੈ ਉਹੀ, ਜੋ ਰੱਬ ਚਾਹੁੰਦਾ ਹੈ ਉਹੀ ਕਰਵਾ ਦਿੰਦਾ ਹੈ ਜੀਵ ਦੇ ਕੋਲੋਂ। ਤੇ ਬੰਦੇ ਦੀ ਹਾਲਤ ਵੇਖੋ, ਇਸਕੈ ਹਾਥ ਹੋਏ ਤਾਂ ਸਭ ਕਿਛ ਲੈ। ਅਸੀਂ ਜਿੰਨੇ ਬੈਠੇ ਹੋਵਾਂਗੇ ਨਾ, ਲਗਭਗ ਸਤਿਗੁਰੂ ਕਹਿੰਦੇ ਜੇ ਬੰਦੇ ਦੇ ਹੱਥ ਦੇ ਵਿੱਚ ਹੋਵੇ ਨਾ ਤੇ ਬੰਦਾ ਸਾਰਾ ਕੁਝ ਹੀ ਪ੍ਰਾਪਤ ਕਰ ਲਵੇ। ਕਿਤੇ ਨਾ ਕਿਤੇ ਤੇ ਇਫ ਤੇ ਬਟ ਰਹਿ ਹੀ ਗਿਆ ਨਾ ਵੀ ਬਾਕੀ ਤੇ ਸਾਰਾ ਕੁਝ ਠੀਕ ਆ, ਆਹ ਹੋ ਜਾਵੇ ਤੇ ਬੜੀ ਵਧੀਆ ਗੱਲ ਹੈ। ਤੇ ਜੇ ਮੇਰੇ ਵੱਸ ਦੇ ਵਿੱਚ ਹੋਵੇ ਤਾਂ ਮੈਂ ਹੁਣੇ ਖੋਹ ਨਾ ਲਵਾਂ ਸਾਰਾ ਕੁਝ।
ਕਿੰਨਿਆਂ ਬੰਦਿਆਂ ਨੂੰ ਪੁੱਛ ਕੇ ਵੇਖ ਲਓ ਵੀ ਇੰਨੀਆਂ ਤਾਕਤਾਂ ਤੁਹਾਡੇ ਕੋਲ ਨੇ ਵੀ ਹੁਣ ਕੁਝ ਚਾਹੀਦਾ, ਅਜੇ ਵੀ ਕੁਝ ਨਾ ਕੁਝ ਚਾਹੀਦਾ ਹੀ ਹੈ। ਤੇ ਜੇ ਤਾਕਤ ਹੋਵੇ ਤੇ ਵਿਚਾਰੇ ਖੋਹ ਨਾ ਲੈਣ। ਹਜ਼ੂਰ ਕਹਿੰਦੇ ਇਸ ਕੈ ਹੱਥ ਹੋਏ, ਜੇ ਬੰਦੇ ਦੇ ਹੱਥ ਦੇ ਵਿੱਚ ਤਾਕਤ ਹੋਵੇ ਤਾਂ ਸਭ ਕੁਛ ਲੈ, ਬੰਦਾ ਤੇ ਉਸੇ ਵੇਲੇ ਸਾਰਾ ਕੁਝ ਲੈ ਜਾਵੇ। ਜੋ ਤਿਸ ਭਾਵੈ ਸੋਈ ਕਰੇ, ਜੋ ਮਾਲਕ ਨੂੰ ਭਾਉਂਦਾ ਹੈ ਨਾ, ਹਜ਼ੂਰ ਕਹਿੰਦੇ ਜੀਵ ਕਰਦਾ ਹੀ ਉਹ ਕੁਝ ਹੈ। ਅਣਜਾਣਤ ਵਿਖਿਆ ਮੈਂ ਰਚੈ। ਅਸੀਂ ਬੜੇ ਸਿਆਣੇ ਹਾਂ, ਸਮਝਦਾਰ ਹਾਂ, ਫਿਰ ਵੀ ਗਲਤੀਆਂ ਹੋ ਜਾਂਦੀਆਂ ਨੇ ਸਾਡੇ ਕੋਲ। ਗੁਨਾਹਾਂ ਦੀ ਤੇ ਗੱਲ ਹੀ ਬੜੀ ਦੂਰ ਹੈ। ਅਸੀਂ ਜ਼ਿੰਦਗੀ 'ਚ ਕਦੀ ਨਹੀਂ ਇਹ ਕਹਿੰਦੇ ਵੀ ਮੇਰੇ ਕੋਲੋਂ ਗਲਤੀ ਹੋ ਗਈ। ਅਸੀਂ ਮੰਨਦੇ ਹਾਂ ਨਾ ਵੀ ਗਲਤੀਆਂ ਹੋ ਗਈਆਂ। ਮਹਾਰਾਜ ਕਹਿੰਦੇ ਜੇ ਬੰਦਾ ਇੰਨਾ ਹੀ ਸਿਆਣਾ ਹੋਵੇ ਤਾਂ ਗਲਤੀਆਂ ਕਰੇ ਕਿਉਂ। ਅਣਜਾਣਤ ਵਿਖਿਆ ਮੈਂ ਰਚੈ, ਇਹਨੂੰ ਪਤਾ ਵੀ ਹੈ ਪਰ ਫਿਰ ਵੀ ਅਣਜਾਣ ਹੈ, ਤੇ ਅਣਜਾਣ ਪੁਣੇ ਦੇ ਵਿੱਚ ਹੀ ਜ਼ਹਿਰ ਦੇ ਵਿੱਚ ਲੱਗਾ ਹੋਇਆ ਹੈ। ਜੇ ਜਾਣਤ ਆਪਨ ਆਪ ਬਚੈ, ਤੇ ਜੇ ਇੰਨਾ ਸਮਝਦਾਰ ਹੋਵੇ ਤੇ ਆਪਣੇ ਆਪ ਹੀ ਬਚ ਜਾਵੇ ਨਾ। ਬੰਦੇ ਨੂੰ ਲੱਗਦਾ ਵੀ ਮੈਂ ਬੜਾ ਸਿਆਣਾ ਹਾਂ, ਤੇ ਜੇ ਸਿਆਣਾ ਹੈ ਤਾਂ ਮਹਾਰਾਜ ਕਹਿੰਦੇ ਫਿਰ ਗਲਤੀਆਂ ਕਿਉਂ ਕਰਦਾ ਹੈ। ਜੇ ਸਿਆਣਾ ਹੋਵੇ ਤੇ ਆਪਣੇ ਆਪ ਹੀ ਗਲਤੀਆਂ ਨਾ ਕਰੇ। ਭਰਮੇ ਭੂਲਾ ਦਹ ਦਿਸਤਾਵੈ, ਭਰਮ ਦੇ ਵਿੱਚ, ਵਹਿਮਾਂ ਦੇ ਵਿੱਚ, ਭਟਕਣਾ ਦੇ ਵਿੱਚ ਲੱਗ ਕੇ ਕਦੀ ਇੱਧਰ ਕਦੀ ਉੱਧਰ ਚਲਾ ਗਿਆ, ਟਿਕਦਾ ਨਹੀਂ ਹੈ। ਨਿਮਖ ਮਾਹੇ ਚਾਰ ਕੁੰਟ ਫਿਰ ਆਵੇ, ਇੱਕ ਸੈਕਿੰਡ ਦੇ ਵਿੱਚ, ਇੱਕ ਪਲ ਦੇ ਵਿੱਚ, ਅੱਖ ਝਮਕਣ ਦੇ ਸਮੇਂ, ਜਿੰਨਾ ਚਿਰ ਅੱਖ ਸਾਡੀ ਆਈ ਬਲਿੰਕ ਕਰਦੀ ਹੈ ਨਾ, ਇੰਨੇ ਸਮੇਂ ਦੇ ਵਿੱਚ ਹੀ ਭਾਵੇਂ ਸਾਰੀ ਦੁਨੀਆ ਦੇ ਬਾਰੇ ਚੱਕਰ ਕੱਢ ਲਓ। ਇੱਥੇ ਬੈਠੇ ਹਾਂ, ਭਾਵੇਂ ਅਮਰੀਕਾ ਦੇ ਬਾਰੇ ਸੋਚੀ ਜਾਓ, ਕੈਨੇਡਾ ਦੇ ਬਾਰੇ ਸੋਚੀ ਜਾਓ, ਕਿਤੇ ਟਾਈਮ ਲੱਗਣਾ। ਹਜ਼ੂਰ ਕਹਿੰਦੇ ਨਿਮਖ ਮਾਹੇ ਚਾਰ ਕੁੰਟ ਫਿਰ ਆਵੇ, ਚਾਰੇ ਪਾਸੇ ਫਿਰ ਆਉਂਦਾ ਹੈ, ਜਿੱਥੇ ਮਰਜ਼ੀ ਲੈ ਜਾਓ। ਮਨ ਨੂੰ ਦੌੜਨ ਦੇ ਲਈ ਸਿਰਫ ਟਾਈਮ ਚਾਹੀਦਾ ਹੈ, ਸਰੀਰ ਨੂੰ ਦੌੜਨ ਦੇ ਲਈ ਸਪੇਸ ਚਾਹੀਦਾ ਹੈ, ਮਨ ਨੂੰ ਟਾਈਮ ਚਾਹੀਦਾ ਹੈ। ਬਸ ਇੱਧਰੋਂ ਟਾਈਮ ਮਨ ਨੇ ਗਵਾਤਾ, ਉੱਧਰੋਂ ਮਨ ਦੌੜ ਗਿਆ। ਸਾਰਿਆਂ ਦੇ ਨਾਲ ਹੋਵੇਗਾ। ਹਜ਼ੂਰ ਕਹਿੰਦੇ ਨੇ ਭਰਮੇ ਭੂਲਾ ਦਹ ਦਿਸਤਾਵੈ, ਨਿਮਖ ਮਾਹੇ ਚਾਰ ਕੁੰਟ ਫਿਰ ਆਵੇ, ਕਰ ਕਿਰਪਾ ਜਿਸ ਆਪਣੀ ਭਗਤ ਦੇ। ਵਾਹਿਗੁਰੂ ਕਿਰਪਾ ਕਰਕੇ ਜਿਹਨੂੰ ਆਪਣੀ ਭਗਤੀ ਦੀ ਦਾਤ ਬਖਸ਼ ਦਿੰਦਾ ਹੈ। ਨਾਨਕ ਤੇ ਜਨ ਨਾਮ ਮਿਲੇ, ਉਹ ਜਨ ਜਿਹੜੇ ਨੇ ਨਾ, ਸਤਿਗੁਰੂ ਕਹਿੰਦੇ ਨੇ ਨਾਮ ਦੇ ਵਿੱਚ ਜੁੜ ਜਾਂਦੇ ਨੇ, ਨਾਮ ਦੇ ਨਾਲ ਲੱਗ ਜਾਂਦੇ ਨੇ। ਨਹੀਂ ਤੇ ਫਿਰ ਬਹੁਤੇ ਤੇ ਭਟਕਦੇ ਹੀ ਫਿਰਦੇ ਨੇ। ਹਜ਼ੂਰ ਕਹਿੰਦੇ ਖਿਨਮਹਿ, ਰੱਬ ਦੀ ਸਮਰੱਥਾ ਕੀ ਹੈ। ਖਿਨਮਹਿ ਨੀਚ ਕੀਟ ਕਉ ਰਾਜ, ਜਿਨ੍ਹਾਂ ਨੂੰ ਬਿਲਕੁਲ ਨੀਵੇਂ ਮੰਨਿਆ ਜਾਂਦਾ ਰਿਹਾ। ਇੱਕ ਬਚਨ ਅਸੀਂ ਪੜ੍ਹਦੇ ਹਾਂ ਬਾਬਾ ਰਵਿਦਾਸ ਸਾਹਿਬ ਜੀ ਦਾ, ਜਾ ਕੀ ਛੋਤ ਜਗਤ ਕੋ ਲਾਗੈ, ਤਾ ਪਰ ਤੁਹੀ ਟਰੈ। ਜਿਹਨੂੰ ਦੁਨੀਆ ਇਹ ਕਹਿ ਦਿੰਦੀ ਹੈ ਨਾ, ਅਸੀਂ ਪਿੱਛੇ ਪੜ੍ਹ ਕੇ ਆਏ ਸੀ ਵੀ ਇਹਨਾਂ ਬੰਦਿਆਂ ਦਾ ਹੱਥ ਵੀ ਨਹੀਂ ਲਵਾਉਣਾ, ਜੇ ਇਹਨਾਂ ਦੇ ਹੱਥ ਲਵਾ ਲਏ ਨੇ ਤੇ ਸਾਡਾ ਜਨਮ ਭ੍ਰਸ਼ਟ ਹੋ ਜਾਂਦਾ ਹੈ। ਸਤਿਗੁਰੂ ਕਹਿੰਦੇ ਨੇ ਜਿਨ੍ਹਾਂ ਦੀ ਛੂਤ ਵੀ ਲੋਕ ਮੰਨਦੇ ਨੇ ਨਾ ਵੀ ਇਹ ਅਛੂਤ ਨੇ, ਇਹਨਾਂ ਨੂੰ ਛੂਹਣਾ ਵੀ ਨਹੀਂ ਹੈ। ਸੱਚਿਆ ਪਾਤਸ਼ਾਹ ਤੂੰ ਉਹਨਾਂ ਦੇ ਉੱਤੇ ਢਲ ਜਾਣਾ ਹੈ, ਤੂੰ ਉਹਨਾਂ ਦੇ ਉੱਤੇ ਪਸੀਜ ਜਾਣਾ ਹੈ। ਜਾ ਕੀ ਛੋਤ ਜਗਤ ਕੋ ਲਾਗੈ, ਤਾ ਪਰ ਤੁਹੀ ਟਰੈ। ਤੇ ਮਹਾਰਾਜ ਜੀ ਦਾ ਸ਼ਬਦ ਹੈ, ਨੀਚਾਂ ਊਚ ਕਰੇ ਮੇਰਾ ਗੋਬਿੰਦ, ਕਾਹੂ ਤੇ ਨਾ ਡਰੈ। ਇਸ ਕਰਕੇ ਖਿਨਮਹਿ, ਇੱਕ ਪਲ ਦੇ ਵਿੱਚ, ਨੀਚ ਕੀਟ ਕਉ ਰਾਜ, ਜਿਹੜੇ ਬਿਲਕੁਲ ਨੀਵੇਂ ਨੇ, ਕੀੜਿਆਂ ਵਰਗੇ ਸਮਝੇ ਜਾਂਦੇ ਨੇ ਨਾ, ਮਾਲਕ ਉਹਨਾਂ ਨੂੰ ਰਾਜ ਭਾਗ ਬਖਸ਼ ਦਿੰਦਾ ਹੈ। ਇਹ ਤੇ ਪਤਾ ਨਹੀਂ ਕਿੱਥੋਂ ਮਾਲਕ ਖੇਡ ਵਰਤਾ ਦੇਵੇ। ਪਾਰ ਬ੍ਰਹਮ ਗਰੀਬ ਨਿਵਾਜ, ਗਰੀਬਾਂ ਨੂੰ ਨਿਵਾਜਣ ਵਾਲਾ ਹੈ। ਭਾਵ ਕਿ ਜਿਨ੍ਹਾਂ ਦਾ ਕੋਈ ਨਹੀਂ, ਮਾਲਕ ਉਹਨਾਂ ਨੂੰ ਵੀ ਮਾਣ ਬਖਸ਼ਣ ਵਾਲਾ ਹੈ। ਜਾਕਾ ਦ੍ਰਿਸ਼ਟ ਕਛੂ ਨਾ ਆਵੇ। ਹਜ਼ੂਰ ਕਹਿੰਦੇ ਨੇ ਜਿਸ ਬੰਦੇ ਦਾ ਕੋਈ ਵੀ ਗੁਣ ਲੋਕਾਂ ਨੂੰ ਨਜ਼ਰ ਹੀ ਨਹੀਂ ਨਾ ਆਉਂਦਾ, ਲੋਕੀ ਇਗਨੋਰ ਕਰਕੇ ਤੁਰ ਜਾਂਦੇ ਵੀ ਤੇਰੇ ਪੱਲੇ ਕੀ ਹੈ। ਹਜ਼ੂਰ ਕਹਿੰਦੇ ਤਿਸ ਤਤਕਾਲ ਦਹ ਦਿਸ ਪ੍ਰਗਟਾਵੇ, ਉਸ ਬੰਦੇ ਨੂੰ ਰੱਬ ਤਤਕਾਲ ਉਸੇ ਵੇਲੇ ਸੰਸਾਰ ਦੇ ਵਿੱਚ ਮਸ਼ਹੂਰ ਕਰ ਦਿੰਦਾ। ਹੁਣ ਤੇ ਵੇਖੋ ਇੱਦਾਂ ਦੀਆਂ ਖੇਡਾਂ ਸਾਡੀਆਂ ਅੱਖਾਂ ਦੇ ਸਾਹਮਣੇ ਵਰਤਣ ਲੱਗ ਪਈਆਂ ਨੇ ਨਾ, ਵੀ ਬੰਦੇ ਬਿਲਕੁਲ ਗੁੰਮਨਾਮੀ ਦੀ ਜ਼ਿੰਦਗੀ ਜੀਣ ਵਾਲੇ ਰਾਤੋਂ ਰਾਤ ਹੀ ਪਤਾ ਨਹੀਂ ਕਿੱਥੇ ਪਹੁੰਚ ਗਏ, ਰਾਤੋਂ ਰਾਤ ਹੀ ਪੂਰੀ ਦੁਨੀਆ ਦੇ ਵਿੱਚ ਛਾ ਗਏ ਬੰਦੇ। ਇਹਨੂੰ ਮਹਾਰਾਜ ਕਹਿੰਦੇ ਜਿੰਨੇ ਦੁਨੀਆ 'ਚ ਨਜ਼ਰ ਵੀ ਨਹੀਂ ਨਾ ਆਉਂਦੇ, ਰੱਬ ਇੱਦਾਂ ਦੀ ਖੇਡ ਵਰਤਾ ਦਿੰਦਾ ਵੀ ਸਾਰੀ ਦੁਨੀਆ 'ਚ ਮਸ਼ਹੂਰ ਕਰ ਦਿੰਦਾ। ਅਤੇ ਕਈ ਟਿੱਲ ਲਾ ਲੈ ਕੇ ਹਟ ਜਾਂਦੇ ਨੇ, ਗੱਲ ਹੀ ਨਹੀਂ ਬਣਦੀ ਉਹਨਾਂ ਦੀ। ਹਜ਼ੂਰ ਕਹਿੰਦੇ ਨੇ ਜਾਕੋ ਆਪਣੀ ਕਰੈ ਬਖਸ਼ੀਸ਼, ਜਿਨ੍ਹਾਂ ਦੇ ਉੱਤੇ ਆਪਣੀ ਬਖਸ਼ਿਸ਼ ਕਰ ਦਿੰਦਾ ਹੈ ਮਾਲਕ। ਤਾਕਾ ਲੇਖਾ ਨਾ ਗਨੈ ਜਗਦੀਸ਼, ਫਿਰ ਉਹਨਾਂ ਦਾ ਕਿਸੇ ਵੀ ਤਰੀਕੇ ਦਾ ਹਿਸਾਬ ਕਿਤਾਬ ਵੇਖਦਾ ਹੀ ਨਹੀਂ। ਹਿਸਾਬ ਕਿਤਾਬ ਤੇ ਉਹਨਾਂ ਦਾ ਹੈ ਜਿਨ੍ਹਾਂ ਦੇ ਲੇਖੇ ਚੱਲਣੇ ਨੇ। ਹਜ਼ੂਰ ਕਹਿੰਦੇ ਨੇ ਜਿਨ ਕੋ ਕਿਰਪਾ ਕਰੀ ਜਗ ਜੀਵਨ, ਹਰ ਉਰ ਧਾਰਿਓ ਮਨ ਮਾਝਾ, ਧਰਮ ਰਾਏ ਦਰ ਕਾਗਦ ਫਾਰੇ, ਜਨ ਨਾਨਕ ਲੇਖਾ ਸਮਝਾ। ਇਸ ਕਰਕੇ ਮੈਂ ਬੇਨਤੀ ਕਰ ਦੇਵਾਂ, ਅਸੀਂ ਗੁਰੂ ਘਰ ਦੇ ਵਿੱਚ ਆਉਂਦੇ ਹਾਂ ਪਰ ਅਸੀਂ ਲੇਖਿਆਂ ਵਾਲੇ ਨਹੀਂ ਹਾਂ ਵੀ ਸਾਡੀਆਂ ਗਿਣਤੀਆਂ ਹੋਣ ਵੀ ਸੱਚੇ ਪਾਤਸ਼ਾਹ 40 ਦਿਨ ਹੋ ਗਏ ਹੁਣ ਹਿਸਾਬ ਕਿਤਾਬ ਕਰ ਲਈ। ਅਸੀਂ ਲੇਖਿਆਂ ਵਾਲੇ ਨਹੀਂ ਹਾਂ। ਲੇਖਾ ਕਤੈ ਨਾ ਛੁਟੀਐ, ਖਿਨ ਖਿਨ ਭੂਲਨਹਾਰ। ਜੇ ਲੇਖਾ ਕਰਨ ਲੱਗ ਪਵੇ ਤੇ ਮਹਾਰਾਜ ਕਹਿੰਦੇ ਲੇਖਾ ਮੰਗੈ ਤਾਂ ਕਿਨ ਦੀ ਹੈ। ਜੇ ਰੱਬ ਲੇਖਾ ਮੰਗਣ ਲੱਗ ਪਵੇ ਤੇ ਕਿਹੜਾ ਹੈ ਜਿਹੜਾ ਉਹਦੇ ਲੇਖੇ ਦੇ ਵਿੱਚੋਂ ਕਲੀਅਰ ਹੋ ਜਾਵੇਗਾ। ਇਸ ਕਰਕੇ ਅਸੀਂ ਲੇਖਿਆਂ ਵਾਲੇ ਨਹੀਂ ਆਏ, ਅਸੀਂ ਬਖਸ਼ਿਸ਼ ਮੰਗਦੇ ਹਾਂ। ਮਹਾਰਾਜ ਕਹਿੰਦੇ ਨੇ
ਧਰਮ ਰਾਏ ਦਰ ਕਾਗਜ਼ ਫਾਰੇ, ਉਹਦੀ ਬਖਸ਼ਿਸ਼ ਹੋ ਗਈ ਤੇ ਉਹਨੇ ਕਾਗਜ਼ ਹੀ ਪਾੜ ਦੇਣੇ ਨੇ ਲੇਖਿਆਂ ਵਾਲੇ। ਇਸ ਕਰਕੇ ਮੈਂ ਮਹਾਰਾਜ ਦੇ ਕੋਲੋਂ ਬਖਸ਼ਿਸ਼ ਮੰਗਦਾ ਹਾਂ। ਅਸੀਂ ਹਿਸਾਬਾਂ ਕਿਤਾਬਾਂ ਵਾਲੇ ਨਹੀਂ ਹਾਂ ਵੀ ਸਾਡਾ ਹਿਸਾਬ ਕਰ। ਹਜ਼ੂਰ ਕਹਿੰਦੇ ਜਾਕੋ ਆਪਣੀ ਕਰੈ ਬਖਸ਼ੀਸ਼, ਤਾਕਾ ਲੇਖਾ ਨਾ ਗਨੈ ਜਗਦੀਸ਼। ਜੀਓ ਪਿੰਡ ਸਭ ਤਿਸ ਕੀ ਰਾਸ, ਆ ਸਾਡਾ ਜੀਓ ਆਤਮਾ ਜਿਹੜਾ ਅੰਦਰ ਚੱਲਦਾ ਹੈ, ਪਿੰਡ ਸਾਡਾ ਸਰੀਰ, ਸਭ ਤਿਸ ਕੀ ਰਾਸ, ਇਹ ਉਹਦੀ ਦਿੱਤੀ ਹੋਈ ਇਹ ਪੂੰਜੀ ਹੈ, ਰਾਸ਼ੀ ਹੈ। ਘਟ ਘਟ ਪੂਰਨ ਬ੍ਰਹਮ ਪ੍ਰਗਾਸ, ਹਰੇਕ ਸਰੀਰ ਦੇ ਅੰਦਰ ਉਸ ਅਕਾਲ ਪੁਰਖ ਵਾਹਿਗੁਰੂ ਦਾ ਪ੍ਰਕਾਸ਼ ਹੈ, ਚਾਨਣ ਹੈ। ਆਪਣੀ ਬਣਤ ਆਪ ਬਣਾਈ। ਹਜ਼ੂਰ ਕਹਿੰਦੇ ਨੇ ਕਿ ਉਸ ਮਾਲਕ ਨੇ ਆ ਜਿਹੜੀ ਬਣਤਰ ਹੈ ਸ੍ਰਿਸ਼ਟੀ ਦੀ, ਉਹਨੇ ਖੁਦ ਹੀ ਰਚੀ ਹੈ। ਨਾਨਕ ਜੀਵੈ ਦੇਖ ਵਡਾਈ, ਤੇ ਆਪਣੀ ਵਡਿਆਈ ਨੂੰ ਵੇਖ ਕੇ ਆਪ ਹੀ ਖੁਸ਼ ਹੁੰਦਾ ਹੈ। ਮਤਲਬ ਖਪਿਆ ਜਿਹਾ ਨਹੀਂ ਹੈ ਰੱਬ, ਇੱਦਾਂ ਸਮਝ ਲਈਏ। ਉਹ ਜੋ ਵੀ ਕਰਦਾ ਹੈ ਨਾ, ਉਹ ਇਹ ਨਹੀਂ ਕਹਿੰਦਾ ਵੀ ਹਾਏ ਬੜਾ ਕੁਝ ਕਰ ਲਿਆ। ਸਾਡੀ ਇੱਕ ਆਦਤ ਹੈ ਨਾ ਵੀ ਕੰਮ ਕਰ ਲਿਆ ਤੇ ਥਕਾਵਟ ਨਾਲੇ ਹੀ ਆ ਗਈ। ਉਹਨੂੰ ਥਕਾਵਟ ਦੀ ਨਹੀਂ ਹੈ, ਉਹ ਸੱਤ ਸੁਹਾਣ ਸਦਾ ਮਨ ਚਾਉ ਹੈ, ਬੜੇ ਚਾਅ ਵਾਲਾ ਹੈ। ਜਿਹੜਾ ਵੀ ਕੰਮ ਕਰਦਾ ਪਿਆ ਹੈ ਖੇਡ ਦੀ ਦੇ ਵਿੱਚ ਕਰਦਾ ਪਿਆ ਹੈ, ਤੇ ਬਸ ਸਤਿਗੁਰੂ ਕਹਿੰਦੇ ਆਪਣੀ ਵਡਿਆਈ ਵੇਖ ਕੇ ਤੇ ਖੁਸ਼ ਹੋਈ ਜਾਂਦਾ ਹੈ। ਅਗਲੇ ਬਚਨ ਵੇਖੋ, ਇਸ ਕਾ ਬਲ ਨਾ ਹੀ ਇਸ ਹਾਥ। ਬੰਦੇ ਦੀ ਗੱਲ ਆ ਗਈ। ਬੰਦੇ ਦੀ ਤਾਕਤ ਵੀ ਬੰਦੇ ਦੇ ਹੱਥ ਦੇ ਵਿੱਚ ਨਹੀਂ ਹੈ। ਤੇ ਵਾਕਿਆ ਅਸੀਂ ਸੋਚ ਲਈਏ, ਠੀਕ ਹੈ, ਸਾਨੂੰ ਲੱਗੇ ਵੀ ਅਸੀਂ ਤੁਰ ਫਿਰ ਰਹੇ ਹਾਂ, ਭਾਰ ਚੁੱਕ ਲੈਂਦੇ ਹਾਂ, ਸਾਰਾ ਕੁਝ ਕਰਦੇ ਹਾਂ, ਵੀ ਸਾਡੀ ਤਾਕਤ ਸਾਡੇ ਹੱਥ ਦੇ ਵਿੱਚ ਹੀ ਹੈ, ਪਤਾ ਨਹੀਂ ਕਦੋਂ ਤਾਕਤ ਸਾਡੇ ਹੱਥੋਂ ਨਿਕਲ ਜਾਵੇ। ਇਸ ਕਾ ਬਲ ਨਾ ਹੀ ਇਸ ਹਾਥ, ਹੈ ਸਾਡਾ ਹੀ ਹੈ ਪਰ ਸਾਡੇ ਹੱਥ ਦੇ ਵਿੱਚ ਵੀ ਨਹੀਂ ਹੈ। ਕਰਨ ਕਰਾਵਨ ਸਰਬ ਕੋ ਨਾਥ, ਸਾਰਾ ਕੁਝ ਕਰਾਉਣ ਵਾਲਾ ਅਕਾਲ ਪੁਰਖ ਵਾਹਿਗੁਰੂ ਹੈ। ਆਗਿਆਕਾਰੀ ਬਪੁਰਾ ਜੀਓ, ਇਹ ਤੇ ਜੀਵ ਹੱਥ ਜੋੜ ਕੇ ਤੇ ਬਸ ਆਗਿਆ ਹੀ ਮੰਨਣ ਵਾਲਾ ਹੈ। ਕੀ ਤਾਕਤ ਵਿਖਾ ਸਕਦਾ ਹੈ? ਆ ਛੋਟਾ ਜਿਹਾ ਬੁਖਾਰ ਹੀ ਹੁੰਦਾ ਹੈ, ਮੰਜੇ ਤੋਂ ਉੱਠਣ ਨੂੰ ਜੀਅ ਨਹੀਂ ਕਰਦਾ। ਜਿਹੜਾ ਬੰਦਾ ਆਂਦਾ ਵੀ ਮੈਂ ਬਹੁਤ ਕੁਝ ਹਾਂ, ਉਹਦਾ ਹੀ ਜੀਅ ਨਹੀਂ ਕਰਦਾ ਵੀ ਉੱਠ ਕੇ ਪਾਣੀ ਵੀ ਪੀ ਲਵਾਂ, ਬਾਕੀ ਤੇ ਗੱਲਾਂ ਹੀ ਬੜੀ ਦੂਰ ਦੀਆਂ ਨੇ। ਹਜ਼ੂਰ ਕਹਿੰਦੇ ਚੁੱਪ ਕਰਕੇ ਹੱਥ ਜੋੜ ਕੇ ਖਲੋਣ ਵਾਲਾ ਹੈ। ਆਗਿਆਕਾਰੀ ਬਪੁਰਾ ਜੀਓ, ਜੋ ਤਿਸ ਭਾਵੈ ਸੋਈ ਫੁਨ ਥੀਓ, ਜੋ ਉਹਨੂੰ ਭਾਉਂਦਾ ਹੈ ਉਹੀ ਹੋ ਜਾਂਦਾ ਹੈ। ਕਬਹੂ ਊਚ ਨੀਚ ਮੈਂ ਬੱਸੈ, ਕਹਿੰਦੇ ਬੰਦੇ ਦੀ ਸਟੇਬਿਲਿਟੀ ਵੇਖ ਲਓ। ਹੁਣ ਤੁਸੀਂ ਬੰਦੇ ਨੂੰ ਲੱਗਦਾ ਵੀ ਮੈਂ ਬਹੁਤ ਕੁਝ ਹਾਂ, ਬੰਦਾ ਕੀ ਕਰਦਾ ਫਿਰਦਾ ਹੈ? ਇੱਕੋ ਹੀ ਬੰਦਾ ਹੁੰਦਾ ਹੈ। ਆ ਸਾਡੇ ਨਾਲ ਸਾਰਿਆਂ ਦੇ ਨਾਲ ਵਾਪਰੇਗਾ। ਵੇਖੋ ਅਸੀਂ ਕੀ ਕੀ ਕਰਦੇ ਫਿਰਦੇ ਹਾਂ। ਕਬਹੂ ਊਚ ਨੀਚ ਮੈਂ ਬੱਸੈ, ਕਦੀ ਬਿਲਕੁਲ ਉੱਚਾ ਚਲਾ ਗਿਆ ਵੀ ਅੱਜ ਮਾਈਂਡ ਬੜਾ ਉਤਲੇ ਲੈਵਲ ਦੇ ਉੱਤੇ ਆ ਵੀ ਆਮ ਜੀ ਗੱਲ ਸੋਚਦਾ ਹੀ ਨਹੀਂ ਪਿਆ, ਕਦੀ ਬਿਲਕੁਲ ਹੀ ਨੀਵਾਂ ਡਿੱਗ ਪਿਆ। ਫਿਰ ਗੁਰੂ ਸਾਹਿਬ ਕਹਿੰਦੇ ਕਬਹੂ ਸੋਗ ਹਰਖ ਰੰਗ ਹੱਸੈ, ਕਦੀ ਇੰਨੀ ਚਿੰਤਾ ਵੀ ਸਾਰਾ ਦਿਨ ਹੀ ਟੈਨਸ਼ਨ ਦੇ ਵਿੱਚ, ਸਾਰਾ ਦਿਨ ਹੀ ਚਿੰਤਾ 'ਚ ਨਿਕਲ ਗਿਆ, ਤੇ ਕਦੀ ਇੰਨੀ ਖੁਸ਼ੀ ਹੈ ਵੀ ਸਾਰਾ ਦਿਨ ਹੱਸਦਿਆਂ ਹੀ ਨਿਕਲ ਗਿਆ। ਹੈ ਬੰਦਾ ਹੀ ਆ ਪਰ ਵੇਖਿਓ ਕਿੰਨਾ ਕੁਝ ਕਰੀ ਜਾਂਦਾ। ਹਜ਼ੂਰ ਕਹਿੰਦੇ ਕਬਹੂ ਨਿੰਦ ਚਿੰਦ ਵਿਵਹਾਰ, ਤੇ ਕਦੀ ਸਾਰਾ ਦਿਨ ਹੀ ਇਸ ਕੰਮ 'ਚ ਲੰਘ ਜਾਂਦਾ ਵੀ ਬਸ ਨਿੰਦਾ ਹੀ ਕਰੀ ਜਾਣੀ, ਕਿਸੇ ਨੂੰ ਮਾੜਾ ਹੀ ਬੋਲੀ ਜਾਣਾ। ਇਹ ਦਿਨ ਹੁੰਦੇ ਨੇ, ਸਾਡੇ ਨਾਲ ਮੂਵਮੈਂਟ ਵਾਪਰਦੀ ਹੈ। ਕਬਹੂ ਊਬ ਆਕਾਸ਼ ਪਿਆਲ, ਤੇ ਕਦੀ ਇੱਦਾਂ ਹੋ ਜਾਂਦਾ ਵੀ ਖੁਸ਼ੀ ਦੇ ਵਿੱਚ ਜਿੱਦਾਂ ਉੱਪਰ ਚੜ੍ਹ ਗਿਆ। ਊਬ ਦਾ ਮਤਲਬ ਆਕਾਸ਼, ਵੀ ਬੜਾ ਉੱਚਾ ਹੋ ਗਿਆ ਵੀ ਦੁਨੀਆ ਨੂੰ ਸੁਣਦਾ ਹੀ ਨਹੀਂ ਪਿਆ। ਤੇ ਪਿਆਲ ਮਤਲਬ ਬਿਲਕੁਲ ਹੀ, ਜਿੰਨੀ ਖੁਸ਼ੀ ਆਵੇਗੀ ਨਾ ਬੰਦੇ ਨੂੰ ਓਨੀਆਂ ਲੋਕਾਂ ਦੀਆਂ ਗੱਲਾਂ ਘੱਟ ਸੁਣਨਗੀਆਂ। ਜਿੰਨੀ ਗਮੀ ਆਵੇਗੀ, ਗੰਦਾ ਜਿਹੜਾ ਗੱਲ ਹੈ ਨਾ ਬੰਦਾ ਉਦੋਂ ਵੀ ਨਹੀਂ ਸੁਣਦਾ, ਉਦੋਂ ਵੀ ਫਿਰ ਕੰਨ ਹੀ ਬੰਦ ਹੁੰਦੇ ਨੇ, ਆਪਣੇ ਆਪ ਦੇ ਵਿੱਚ ਨੀਵਾਂ ਡਿੱਗ ਪਿਆ। ਕੀ ਹੋ ਗਿਆ ਇਹ ਜ਼ਿੰਦਗੀ ਦੇ ਵਿੱਚ? ਹਜ਼ੂਰ ਕਹਿੰਦੇ ਨੇ ਕਬਹੂ ਬੇਤਾ ਬ੍ਰਹਮ ਵਿਚਾਰ, ਤੇ ਕਦੀ ਤੇ ਬੜਾ ਰੱਬ ਦੇ ਨਾਮ ਵਾਲਾ ਬਣਿਆ ਹੁੰਦਾ ਵੀ ਕਦੀ ਰੱਬ ਦੀ ਗੱਲ ਵੀ ਕਰੀ ਜਾਂਦਾ, ਰੱਬ ਦੀ ਗੱਲ ਵੀ ਸੁਣੀ ਜਾਂਦਾ ਹੈ। ਵੇਤਾ ਬਣ ਗਿਆ ਨਾ, ਜਾਣਨ ਵਾਲਾ ਬਣ ਗਿਆ। ਹਜ਼ੂਰ ਕਹਿੰਦੇ ਬੰਦਾ ਤੇ ਇੰਨਾ ਕੁਝ ਕਰੀ ਜਾਂਦਾ ਹੈ। ਨਾਨਕ ਆਪ ਮਿਲਾਵਣ ਹਾਰ, ਪਰ ਆਪ ਹੀ ਮਾਲਕ ਜੀਵਾਂ ਨੂੰ ਆਪਣੇ ਨਾਲ ਮਿਲਾਉਣ ਵਾਲਾ ਹੈ। ਬੰਦੇ ਦੀ ਹਾਲਤ ਵੇਖੋ, ਕਬਹੂ ਨਿਰਤ ਕਰੈ ਬਹੁ ਭਾਂਤ, ਪਿੱਛੇ ਤਾਕਤ ਰੱਬ ਦੀ ਹੀ ਕੰਮ ਕਰਦੀ ਹੈ, ਪਰ ਕਦੀ ਨੱਚਣ ਲੱਗ ਪਿਆ ਬੰਦਾ। ਕਬਹੂ ਨਿਰਤ ਕਰੈ ਬਹੁ ਭਾਂਤ, ਕਬਹੂ ਸੋਏ ਰਹੇ ਦਿਨ ਰਾਤ, ਤੇ ਕਦੀ ਇੱਦਾਂ ਦੇ ਵੀ ਹੋ ਗਏ ਵੀ ਬਸ ਦਿਨ ਰਾਤ ਕੀ ਕਰਨਾ ਜੀ, ਬਸ ਖਾ ਲਿਆ ਤੇ ਸੌਂ ਲਿਆ, ਬਸ ਸੌਣਾ ਹੀ ਜ਼ਿੰਦਗੀ ਦਾ ਮਕਸਦ ਬਣਾ ਲਿਆ। ਮਹਾਰਾਜ ਦੇ ਕੋਲ ਸ਼ੁਕਰ ਹੋਣਾ ਚਾਹੀਦਾ, ਉਹਨੇ ਸਾਨੂੰ ਆਲਸ ਨਹੀਂ ਦਿੱਤਾ। ਜ਼ਿੰਦਗੀ 'ਚ ਇੱਦਾਂ ਦੇ ਬੰਦੇ ਵੀ ਹੈ ਜੇ ਜਿਨ੍ਹਾਂ ਨੂੰ ਨੀਂਦ ਹੀ ਇੰਨੀ ਜ਼ਿਆਦਾ ਆਉਂਦੀ ਹੈ ਵੀ ਸਮਝ ਲਓ ਵੀ ਨੀਂਦ ਦੀ ਜੂਨ ਹੀ ਪੂਰੀ ਕਰਨ ਆਏ ਨੇ ਇੱਥੇ। ਔਰ ਥੋੜ੍ਹਾ ਜਿਹਾ ਸੋਚੀਏ ਤੇ ਨੋਰਮਲ ਬੰਦਾ 8-9 ਘੰਟੇ ਸੌਂਦਾ ਹੈ, ਤੇ ਜਿਹੜੇ ਦਿਨ ਦੇ ਵਿੱਚ 12-13 ਘੰਟੇ ਸੌਂਦੇ ਨੇ, ਹੈ ਨੇ ਥੋੜ੍ਹੇ ਨਹੀਂ ਨੇ। ਕਈਆਂ ਨੂੰ ਕੁਦਰਤੀ ਇਹ ਗੁਣ ਮਾਲਕ ਨੇ ਪਾ ਦਿੱਤਾ ਵੀ ਉਹਨਾਂ ਨੇ ਮਨੁੱਖਾ ਜੂਨ 'ਚ ਆ ਕੇ ਇਹੋ ਕੁਝ ਹੀ ਕਰਨਾ। 12-13 ਘੰਟੇ ਸੌਂਦੇ ਨੇ, ਤਾਂ ਸਮਝ ਲਓ ਵੀ ਅੱਧੀ ਜ਼ਿੰਦਗੀ ਤਾਂ ਉਹਨਾਂ ਨੇ ਸੌਂ ਕੇ ਹੀ ਗਵਾ ਲਈ ਹੈ। ਤੇ ਕੀ ਕੀਤਾ ਜ਼ਿੰਦਗੀ 'ਚ ਆ ਕੇ? ਹਜ਼ੂਰ ਕਹਿੰਦੇ ਕਬਹੂ ਸੋਏ ਰਹੇ ਦਿਨ ਰਾਤ। ਇੱਦਾਂ ਦੀ ਬੜੀਆਂ ਹਸਤੀਆਂ ਨੇ। ਸਤਿਗੁਰੂ ਕਹਿੰਦੇ ਨੇ ਫਿਰ ਵੇਖੋ, ਕਬਹੂ ਮਹਾ ਕ੍ਰੋਧ ਬਿਕਰਾਲ, ਕਦੀ ਬੜਾ ਜ਼ਿਆਦਾ ਗੁੱਸਾ ਇਹਨੂੰ ਚੜਿਆ ਹੁੰਦਾ ਬੰਦੇ ਨੂੰ,
ਬੰਦਾ ਕਹਿੰਦਾ ਵੀ ਮੈਂ ਸਾਰਾ ਕੁਝ ਕਰਦਾ। ਬੰਦਾ ਕੀ ਕਰਦਾ? ਬੰਦੇ ਦੇ ਉੱਤੇ ਚੀਜ਼ਾਂ ਪ੍ਰਭਾਵ ਪਾਉਂਦੀਆਂ ਨੇ ਨਾ। ਨੀਂਦ ਨੇ ਪ੍ਰਭਾਵ ਪਾ ਲਿਆ, ਗੁੱਸੇ ਨੇ ਪ੍ਰਭਾਵ ਪਾ ਲਿਆ, ਆ ਜੋ ਲਿਸਟ ਮਹਾਰਾਜ ਉੱਪਰ ਗਿਣਾ ਰਹੇ ਨੇ। ਕਬਹੂ ਮਹਾਂ ਕ੍ਰੋਧ ਬਿਕਰਾਲ, ਇੰਨਾ ਹੰਕਾਰੀ ਹੋ ਗਿਆ, ਇੰਨਾ ਕ੍ਰੋਧੀ ਹੋ ਗਿਆ ਵੀ ਮੇਰੇ ਲਾਗੇ ਨਾ ਕੋਈ ਆਵੇ। ਤੇ ਕਦੀ ਕੀ ਹੋ ਗਿਆ? ਕਬਹੂ ਸਰਬ ਕੀ ਹੋ ਤਰਵਾਲ, ਕਦੀ ਸਾਰਿਆਂ ਦੇ ਪੈਰਾਂ 'ਚ ਡਿੱਗਦਾ ਫਿਰਦਾ। ਕਈ ਬੰਦਿਆਂ ਦੇ ਨਾਲ ਇੱਦਾਂ ਵੇਖੋ ਨਾ, ਜਦੋਂ ਉਹਨਾਂ ਨੂੰ ਗੁੱਸਾ ਆਇਆ ਹੋਵੇ ਨਾ, ਤੇ ਫਿਰ ਸਮਝਦੇ ਹੀ ਨਹੀਂ ਕਿਸੇ ਨੂੰ ਕੁਝ, ਤੇ ਅਗਲੇ ਦਿਨ ਵੇਖੋ ਹੱਥ ਜੋੜ ਜੋੜ ਕੇ ਮਾਫੀਆਂ ਮੰਗੀ ਜਾਂਦੇ ਸਾਰਿਆਂ ਦੇ ਕੋਲੋਂ। ਇਹ ਕੀ ਹੋ ਗਿਆ? ਸਤਿਗੁਰੂ ਕਹਿੰਦੇ ਬੰਦੇ ਨੂੰ ਲੱਗਦਾ ਵੀ ਮੈਂ ਬਹੁਤ ਕੁਝ ਹਾਂ, ਬੰਦੇ ਦੇ ਕੋਲੋਂ ਤੇ ਆਲੇ ਦੁਆਲੇ ਦਾ ਪ੍ਰਭਾਵ ਹੀ ਸਾਰਾ ਕੁਝ ਕਰਾਈ ਜਾਂਦਾ ਹੈ। ਜਿਹਨੂੰ ਬਾਬਾ ਰਵਿਦਾਸ ਕਹਿੰਦੇ ਨੇ, ਜਬ ਕਛ ਪਾਵੇ ਤਬ ਗਰਭ ਕਰਤ ਹੈ, ਮਾਇਆ ਗਈ ਤਬ ਰੋਵਨ ਲੱਗਤ ਹੈ। ਬੰਦੇ ਕੋਲੋਂ ਤੇ ਮਾਇਆ ਸਾਰਾ ਕੁਝ ਕਰਾਉਂਦੀ, ਬੰਦਾ ਕੀ ਕਰਦਾ? ਹਜ਼ੂਰ ਕਹਿੰਦੇ ਨੇ, ਕਬਹੂ ਸਰਬ ਕੀ ਹੋ ਤਰਵਾਲ, ਕਬਹੂ ਹੋਏ ਬਹਿ ਬੜ ਰਾਜਾ, ਕਿਤੇ ਤੇ ਬੜਾ ਵੱਡਾ ਰਾਜਾ ਮਹਾਰਾਜਾ ਬਣ ਕੇ ਬਹਿ ਗਿਆ। ਭਾਵ ਕਿ ਇਹਨੂੰ ਲੱਗਦਾ ਵੀ ਮੈਂ ਹੀ ਸਾਰਿਆਂ ਨੂੰ ਵੰਡਣ ਵਾਲਾ ਹਾਂ। ਕਬਹੂ ਭਿਖਾਰੀ ਨੀਚ ਕਾ ਸਾਜਾ, ਤੇ ਕਦੀ ਮੰਗਣ ਵਾਲਾ ਬਣ ਜਾਂਦਾ, ਭਿਖਾਰੀ ਬਣ ਗਿਆ, ਭਿਖਾਰੀ ਦਾ ਸਾਂਗ ਆ ਗਿਆ। ਕਬਹੂ ਅਪ ਕੀਰਤ ਮਹਿ ਆਵੈ, ਸਤਿਗੁਰੂ ਕਹਿੰਦੇ ਕਦੀ ਇਹਦੇ ਕਰਮ ਇੱਦਾਂ ਦੇ ਹੋ ਜਾਂਦੇ ਨੇ ਵੀ ਸਾਰੇ ਸਮਾਜ 'ਚ ਇਹਦੀ ਬਦਨਾਮੀ ਹੋ ਜਾਂਦੀ ਆ। ਅਪ ਕੀਰਤ, ਬਦਨਾਮੀ ਹੋ ਗਈ। ਇਹ ਬੰਦੇ ਦੇ ਵੱਸ ਦੇ ਵਿੱਚ ਕੀ ਆ? ਜਿੰਨੇ ਬਦਨਾਮ ਹੋਏ ਨੇ, ਮਾਲਕ ਤੰਦਰੁਸਤੀਆਂ ਦੇਵੇ ਤੇ ਚੜ੍ਹਦੀ ਕਲਾ 'ਚ ਰੱਖੇ। ਉਹਨਾਂ ਦਾ ਜੀ ਥੋੜ੍ਹਾ ਕਰਦਾ ਵੀ ਅਸੀਂ ਬਦਨਾਮ ਹੋਈਏ। ਜੇ ਮਸ਼ਹੂਰ ਰਾਤੋਂ ਰਾਤ ਹੁੰਦੇ ਨੇ ਤੇ ਵਿਚਾਰੇ ਬਦਨਾਮ ਵੀ ਰਾਤੋਂ ਰਾਤ ਹੀ ਹੋ ਜਾਂਦੇ ਨੇ। ਸਤਿਗੁਰੂ ਕਹਿੰਦੇ ਕੰਮ ਹੀ ਇੱਦਾਂ ਦੇ ਹੋ ਗਏ ਵੀ ਬਸ ਬਦਨਾਮੀ ਦੇ ਵਿੱਚ ਡਿੱਗ ਪਏ। ਕਬਹੂ ਭਲਾ ਭਲਾ ਕਹਾਵੇ, ਤੇ ਕਦੀ ਇੱਦਾਂ ਦੇ ਕੰਮ ਹੋ ਗਏ ਵੀ ਦੁਨੀਆ ਭਲਾ ਭਲਾ ਕਰਨ ਲੱਗ ਪਈ। ਉਹਨੂੰ ਪਤਾ ਵੀ ਨਹੀਂ ਸੀ ਵੀ ਦੁਨੀਆ ਮੇਰਾ ਇੰਨਾ ਮਾਣ ਕਰੇਗੀ। ਸਾਰੀ ਦੁਨੀਆ ਨੇ ਕਹਿਤਾ ਵੀ ਬੜਾ ਭਲਾ ਕੰਮ ਕੀਤਾ। ਬਦਨਾਮ ਕਰਨ ਵਾਲੀ ਵੀ ਦੁਨੀਆ ਤੇ ਭਲਾ ਕਹਿਣ ਵਾਲੀ ਵੀ ਦੁਨੀਆ। ਹਜ਼ੂਰ ਕਹਿੰਦੇ ਨੇ, ਜਿਉਂ ਪ੍ਰਭ ਰੱਖੈ ਤਿਵ ਹੀ ਰਹਿ। ਅਸਲ ਦੇ ਵਿੱਚ ਜਿੱਦਾਂ ਮਾਲਕ ਜੀਵ ਨੂੰ ਰੱਖਦਾ ਹੈ ਨਾ, ਜੇ ਉਹਨੇ ਬਦਨਾਮੀ ਕਰਾਉਣੀ ਹੈ ਤੇ ਬਦਨਾਮੀ ਵਾਲੀ ਖੇਡ ਵਰਤਾ ਦਿੰਦਾ ਹੈ। ਜੇ ਉਹਨੇ ਮਾਣ ਦਿਵਾਉਣਾ ਹੈ ਤੇ ਉਹਨੇ ਛੋਟਾ ਜਿਹਾ ਕੰਮ ਇੱਦਾਂ ਦਾ ਕਰਵਾ ਦੇਣਾ ਵੀ ਸਾਰੀ ਦੁਨੀਆ ਦੇ ਵਿੱਚ ਹੀ ਮਾਣ ਹੋ ਜਾਵੇਗਾ। ਪਿੱਛੇ ਤਾਕਤ ਉਹਦੀ ਹੀ ਕੰਮ ਕਰਦੀ ਹੈ। ਜਿਉਂ ਪ੍ਰਭ ਰੱਖੈ ਤਿਵ ਹੀ ਰਹਿ, ਗੁਰ ਪ੍ਰਸਾਦ ਨਾਨਕ ਸੱਚ ਕਹੈ। ਗੁਰੂ ਦੇ ਪ੍ਰਸਾਦ ਦੇ ਨਾਲ, ਕਿਰਪਾ ਦੇ ਨਾਲ ਇਹ ਨਾਨਕ ਜੀਵ ਸੱਚ ਕਹਿੰਦਾ ਹੈ, ਭਾਵ ਕਿ ਮਾਲਕ ਨੂੰ ਬੋਲਦਾ ਹੈ। ਫਿਰ ਬੰਦਾ ਕਬਹੂ ਹੋਏ ਪੰਡਿਤ ਕਰੇ ਵਿਖਿਆਨ, ਕਿਤੇ ਤੇ ਪੰਡਿਤ ਬਣ ਗਿਆ ਤੇ ਵਿਖਿਆਨ ਕਰਦਾ ਫਿਰਦਾ ਹੈ ਸਾਡੇ ਵਰਗੇ। ਕਬਹੂ ਮੋਨ ਧਾਰੀ ਲਾਵੇ ਧਿਆਨ। ਇਹ ਨਾ ਕਈ ਬੰਦੇ ਇੱਦਾਂ ਦੇ ਹੁੰਦੇ ਨੇ, ਉਹਨਾਂ ਨੂੰ ਨਾ ਬੈਲੈਂਸ ਨਹੀਂ ਰੱਖਣਾ ਆਉਂਦਾ ਲਾਈਫ ਦੇ ਵਿੱਚ। ਵਾਹਿਗੁਰੂ ਕਿਰਪਾ ਕਰੇ, ਜਾਂ ਤੇ ਇੰਨਾ ਬੋਲਣਗੇ ਵੀ ਦੂਸਰੇ ਦਾ ਸਿਰ ਖਾ ਲੈਣਗੇ, ਤੇ ਉਹਨੇ ਕਹਿਤਾ ਨਾ ਵੀ ਚੁੱਪ ਕਰ ਜਾ, ਫਿਰ ਇੱਦਾਂ ਚੁੱਪ ਕਰਨਗੇ ਵੀ ਬੋਲਣਗੇ ਹੀ ਨਹੀਂ। ਬੈਲੈਂਸ ਨਹੀਂ ਰੱਖਣਾ ਆਉਂਦਾ। ਇੱਦਾਂ ਵੇਖ ਲਓ, ਜੇ ਜ਼ਿਆਦਾ ਬੋਲਿਆ ਤੇ ਵੀ ਹੁਣ ਤੂੰ ਚੁੱਪ ਕਰੇਂਗਾ, ਤੇ ਫਿਰ ਚੁੱਪ ਕਰ ਗਏ ਵੀ ਹੁਣ ਬੋਲ ਵੀ ਲੈ। ਇਹ ਦੋਵੇਂ ਹਾਲਤਾਂ ਨੇ। ਮਹਾਰਾਜ ਨੇ ਉਹ ਗੱਲ ਵੇਖੋ ਬੋਲੀ ਹੈ, ਕਦੀ ਤੇ ਇੰਨਾ ਜ਼ਿਆਦਾ ਬੋਲਦਾ ਹੈ ਵੀ ਉਹਨੂੰ ਪਤਾ ਵੀ ਸਾਰੀਆਂ ਗੱਲਾਂ ਮੈਨੂੰ ਹੀ ਪਤਾ ਨੇ ਤੇ ਮੇਰੇ ਕੋਈ ਸੁਣੀ ਜਾਓ। ਮੈਂ ਬੋਲਦਾ ਪਿਆ ਹਾਂ, ਬਖਸ਼ ਲਿਓ, ਪਰ ਇਹ ਚਲੋ ਸਾਡੀ ਤੇ ਡਿਊਟੀ ਹੈ, ਪਰ ਮੈਂ ਚੁੱਪ ਰਹਿਣਾ ਥੋੜ੍ਹਾ ਜਿਹਾ ਜ਼ਿਆਦਾ ਪਸੰਦ ਕਰਦਾ ਹਾਂ। ਮੈਨੂੰ ਅਗਲੀ ਪੰਕਤੀ ਦੇ ਨਾਲ ਥੋੜ੍ਹਾ ਜਿਹਾ ਜ਼ਿਆਦਾ ਲਗਾਅ ਹੈ। ਕਬਹੂ ਮੋਨ ਧਾਰੀ ਲਾਵੇ ਧਿਆਨ, ਕਿਤੇ ਚੁੱਪ ਕਰਕੇ ਬੈਠਾ, ਬਸ ਧਿਆਨੀ ਹੋ ਕੇ ਬੈਠ ਗਿਆ। ਇਹ ਵੈਸੇ ਆਰਟ ਹੋਣਾ ਚਾਹੀਦਾ ਹੈ ਬੰਦੇ ਦੇ ਪੱਲੇ। ਜੇ ਬੋਲਣਾ ਪਵੇ ਤੇ ਬੋਲ ਵੀ ਲਵੇ, ਪਰ ਜੇ ਚੁੱਪ ਰਹਿਣਾ ਪਵੇ ਤੇ ਚੁੱਪ ਵੀ ਰਹਿ ਲਵੇ। ਬੋਲਣ ਨਾਲੋਂ ਚੁੱਪ ਰਹਿਣਾ ਜ਼ਿਆਦਾ ਔਖਾ ਹੈ। ਇਹ ਜ਼ਿਆਦਾ ਔਖਾ ਹੈ ਜ਼ਿੰਦਗੀ ਦੇ ਵਿੱਚ। ਬੋਲ ਤੇ ਸਾਰੇ ਲੈਂਦੇ ਨੇ, ਨਾ ਕੋਈ ਮਿਲੇ ਤੇ ਬੰਦਾ ਕੰਧਾਂ ਨਾਲ ਹੀ ਗੱਲਾਂ ਕਰੀ ਜਾਂਦਾ। ਚੁੱਪ ਰਹਿਣ ਦੀ ਕਲਾ ਬੰਦੇ ਦੇ ਅੰਦਰ ਹੋਣੀ ਚਾਹੀਦੀ ਹੈ। ਹਜ਼ੂਰ ਕਹਿੰਦੇ ਕਦੀ ਬੰਦਾ ਚੁੱਪ ਹੋ ਗਿਆ, ਕਦੀ ਬੋਲਣ ਲੱਗ ਪਿਆ। ਕਬਹੂ ਤਟ ਤੀਰਥ ਇਸ਼ਨਾਨ, ਕਿਤੇ ਤੀਰਥਾਂ ਦਾ ਇਸ਼ਨਾਨੀ ਹੋ ਗਿਆ, ਭਾਵ ਕਿ ਉੱਥੇ ਜਾ ਗਿਆ, ਤੀਰਥਾਂ ਦੇ ਕੰਢੇ ਦੇ ਉੱਤੇ ਚਲਾ ਗਿਆ। ਕਬਹੂ ਸਿੱਧ ਸਾਧਿਕ ਮੁੱਖ ਗਿਆਨ, ਕਿਤੇ ਸਿੱਧ ਬਣ ਗਿਆ, ਭਾਵ ਕਿ ਭਗਤੀ ਕਰਨ ਲੱਗ ਪਿਆ। ਤੇ ਕਦੀ ਗਿਆਨੀ ਹੋ ਗਿਆ ਵੀ ਇਨਫੋਰਮੇਸ਼ਨ ਬੜੀਆਂ ਗੱਲਾਂ ਦੀ ਹੈ, ਮੂੰਹ ਤੋਂ ਗਿਆਨੀ ਹੋ ਗਿਆ। ਕਬਹੂ ਕੀਟ ਹਸਤ ਪਤੰਗ ਹੋਏ ਜੀਆ। ਫਿਰ ਸੱਚੇ ਪਾਤਸ਼ਾਹ ਕਹਿੰਦੇ ਨੇ, ਅਗਲੀ ਪੰਕਤੀ ਨਾਲ ਲੈ ਲਈਏ, ਅਨਕ ਜੋਨ ਪੈ ਭਰਮੈ ਭਰਮੀਆ। ਹਿੰਦੁਸਤਾਨ ਦਾ ਪ੍ਰਚਲਿਤ ਖਿਆਲ, ਸਤਿਗੁਰੂ ਕਹਿੰਦੇ ਨੇ ਕਿਤੇ ਕਈਆਂ ਕੀੜਿਆਂ, ਹਾਥੀਆਂ, ਪਤੰਗਿਆਂ ਦੇ ਰੂਪ ਦੇ ਵਿੱਚ ਅਨੇਕਾਂ ਜੂਨਾਂ ਦੇ ਵਿੱਚ ਭਟਕਦਾ ਫਿਰਦਾ ਹੈ ਇਹ ਬੰਦਾ। ਨਾਨਾ ਰੂਪ ਜਿਉਂ ਸਵਾਂਗੀ ਦਿਖਾਵੇ। ਜਿੱਦਾਂ ਐਕਟਰ ਜਿਹੜਾ ਹੁੰਦਾ ਨਾ, ਕਦੀ ਕੋਈ ਰੋਲ ਵਿਖਾ ਦਿੰਦਾ ਹੈ, ਕਦੀ ਕੋਈ ਐਕਟ ਵਿਖਾ ਦਿੰਦਾ ਹੈ ਪਿੱਛੇ ਇੱਕ ਹੀ ਹੈ। ਜਿੱਦਾਂ ਅਨੇਕਾਂ ਰੂਪ ਨਕਲ ਕਰਨ ਵਾਲਾ ਐਕਟਰ ਜਿਹੜਾ ਹੈ ਉਹ ਦਿਖਾ ਦਿੰਦਾ ਹੈ ਨਾ, ਹਜ਼ੂਰ ਕਹਿੰਦੇ ਜੋ ਤਿਸ ਭਾਵੈ। ਨਾਨਾ ਰੂਪ ਜਿਉਂ ਸਵਾਂਗੀ ਦਿਖਾਵੇ, ਜਿਉਂ ਪ੍ਰਭ ਭਾਵੈ ਤਿਵੇਂ ਨਚਾਵੇ। ਜਿੱਦਾਂ ਰੱਬ ਨੂੰ ਚਾਹੁੰਦਾ ਹੈ ਨਾ, ਰੱਬ ਉੱਦਾਂ ਜੀਵ ਨੂੰ ਨਚਾਉਂਦਾ ਰਹਿੰਦਾ ਹੈ। ਜਿੱਦਾਂ ਅਸੀਂ ਤੇ ਟੀਵੀ ਤੇ ਐਕਟਰ ਹੀ ਵੇਖਣੇ ਹੁੰਦੇ ਨੇ ਨਾ, ਪਰ ਐਕਟਰ ਦੇ ਪਿੱਛੇ ਇੱਕ ਡਾਇਰੈਕਟਰ ਹੁੰਦਾ ਹੈ। ਉਹਦੀ ਮਰਜ਼ੀ ਤੋਂ ਬਿਨਾਂ ਐਕਟਰ ਕੀ ਕਰ ਸਕਦਾ ਹੈ। ਇੱਦਾਂ ਕਹਿ ਲਈਏ ਵੀ ਮਾਲਕ ਡਾਇਰੈਕਟ ਕਰਦਾ ਪਿਆ ਹੈ, ਸਾਨੂੰ ਲੱਗਦਾ ਵੀ ਅਸੀਂ ਕਰਦੇ ਪਏ ਹਾਂ, ਪਰ ਪਿੱਛੇ ਪਾਵਰ ਉਹਦੀ ਹੀ ਚੱਲਦੀ ਪਈ ਹੈ। ਜਿਉਂ ਪ੍ਰਭ ਭਾਵੈ ਤਿਵੇਂ ਨਚਾਵੇ,
ਜੋ ਤਿਸ ਭਾਵੈ ਸੋਈ ਹੋਏ। ਹਜ਼ੂਰ ਕਹਿੰਦੇ ਜੋ ਉਸ ਮਾਲਕ ਨੂੰ ਪਾਉਂਦਾ ਹੈ ਉਹੀ ਹੁੰਦਾ ਹੈ, ਨਾਨਕ ਦੂਜਾ ਅਵਰ ਨਾ ਕੋਏ। ਇੰਨੀ ਸਮਰੱਥਾ ਵਾਲਾ ਉਹਦੇ ਤੋਂ ਬਿਨਾਂ ਦੂਜਾ ਹੋਰ ਕੋਈ ਵੀ ਨਹੀਂ ਹੈ। ਫਿਰ ਅਗਲੀ ਗੱਲ, ਕਬਹੂ ਸਾਧ ਸੰਗਤ ਇਹ ਪਾਵੈ। ਸਤਿਗੁਰੂ ਕਹਿੰਦੇ ਨੇ ਜ਼ਿੰਦਗੀ ਜੀਂਦਾ ਜੀਂਦਾ ਕਿਤੇ ਆ ਜਿਹੜਾ ਬੰਦਾ ਹੈ ਤੁਰਦਿਆਂ ਫਿਰਦਿਆਂ ਕਿਤੇ ਸੰਗਤ ਦੇ ਵਿੱਚ ਆ ਜਾਂਦਾ ਹੈ, ਉਸ ਅਸਥਾਨ ਤੇ ਬਹੁਰ ਨਾ ਆਵੇ। ਤੇ ਜੇ ਕਿਤੇ ਸੰਗਤ ਦੇ ਵਿੱਚ ਆ ਕੇ ਇੱਕ ਅੱਧੀ ਗੱਲ ਇਹਦੇ ਮਨ ਨੂੰ ਚੰਗੀ ਲੱਗ ਗਈ, ਗੁਰੂ ਦੀ ਬਖਸ਼ਿਸ਼ ਹੋ ਗਈ ਵੀ ਇਹਨੂੰ ਗੱਲ ਪਸੰਦ ਆ ਗਈ, ਇਹ ਨਹੀਂ ਕਿ ਮੈਂ ਬੋਲਦਾ ਪਿਆ ਹਾਂ, ਗੁਰੂ ਦੀ ਗੱਲ ਹੈ, ਇਹਦੇ ਕੰਨ ਨੂੰ ਸੁਣ ਗਈ ਤੇ ਇਹਦੀ ਅਵਸਥਾ ਉੱਚੀ ਹੋ ਗਈ, ਫਿਰ ਵਾਪਸ ਉਸ ਥਾਂ ਤੇ ਨਹੀਂ ਜਾਵੇਗਾ। ਇਹ ਗੁਰਬਾਣੀ ਕਥਾ ਇੱਕ ਸਾਡਾ ਸੁਣਨ ਦਾ ਕੰਮ ਹੈ, ਇੱਕ ਨਾਲੇ ਨਾਲੇ ਸਾਡੀ ਸਾਧਨਾ ਹੈ। ਜੋ ਸੁਣ ਲਿਆ ਉਹ ਜਿੰਨਾ ਜਿੰਨਾ ਜ਼ਿੰਦਗੀ 'ਚ ਆ ਗਿਆ। ਸਾਡੇ ਕਿਹੜੇ ਪੇਪਰ ਹੋਣੇ ਨੇ ਵੀ ਤੁਹਾਡੇ ਕੋਲ ਸੁਖਮਨੀ ਸਾਹਿਬ ਦਾ ਟੈਸਟ ਹੋਣਾ ਦੁਬਾਰਾ, ਇੱਦਾਂ ਤੇ ਕੁਝ ਨਹੀਂ ਨਾ, ਸਾਰਾ ਕੁਝ ਇਹੋ ਹੀ ਆ। ਜੋ ਸੁਣ ਲਿਆ ਜ਼ਿੰਦਗੀ 'ਚ ਆ ਗਿਆ, ਸਮਝ ਲਓ ਸਾਧਨਾ ਵੀ ਨਾਲੇ ਹੋ ਗਈ। ਕਥਾ ਬੋਲਣੀ ਤੇ ਕਥਾ ਸੁਣਨੀ ਇੱਕ ਕੰਮ ਹੈ, ਇਹ ਜ਼ਿੰਦਗੀ 'ਚ ਆ ਗਈ, ਇਹ ਨਾਲੇ ਨਾਲ ਹੀ ਸਾਧਨਾ ਵੀ ਹੋ ਗਈ ਸਾਡੀ। ਸਾਨੂੰ ਕੋਈ ਜੰਤਰ ਮੰਤਰ ਨਹੀਂ ਕਰਨਾ ਪਿਆ, ਸਾਨੂੰ ਕੋਈ ਹੋਰ ਨਹੀਂ ਕਰਨਾ ਪਿਆ, ਬਸ ਸ਼ਬਦ ਸੁਣ ਲਿਆ ਤੇ ਮਾਲਕ ਨੇ ਕਿਰਪਾ ਕਰ ਦਿੱਤੀ। ਸਤਿਗੁਰੂ ਕਹਿੰਦੇ ਸੰਗਤ ਦੇ ਵਿੱਚ ਆ ਜਾਵੇ ਤੇ ਕੋਈ ਗੱਲ ਇਹਦੇ ਕੰਨ ਦੇ ਵਿੱਚ ਪੈ ਗਈ, ਜਿਹੜੀ ਇਹਦੀ ਅਵਸਥਾ ਉੱਚੀ ਹੋ ਗਈ ਨਾ, ਜਿਹੜੀਆਂ ਗੱਲਾਂ ਇਹਨੂੰ ਪਤਾ ਲੱਗ ਗਈਆਂ, ਹੁਣ ਵਾਪਸ ਤੇ ਨਹੀਂ ਨਾ ਡਿੱਗੇਗਾ ਉਹਨਾਂ ਗੱਲਾਂ ਦੇ ਵਿੱਚ, ਜੇ ਸਮਝਦਾਰ ਹੋਵੇਗਾ ਤੇ। ਉਸ ਅੰਤਰ ਹੋਏ ਗਿਆਨ ਪ੍ਰਗਾਸ, ਉਹਦੇ ਅੰਦਰ ਫਿਰ ਗਿਆਨ ਦਾ ਚਾਨਣ ਹੁੰਦਾ ਹੈ। ਸੰਗਤ ਦੇ ਵਿੱਚ ਆ ਕੇ ਸੁਣੇ ਬੰਦਾ, ਵਾਹਿਗੁਰੂ ਕਿਰਪਾ ਕਰੇ, ਉਹਨੂੰ ਗੱਲ ਨੂੰ ਸੁਣੇ ਤੇ ਇੱਕ ਅੱਧੀ ਗੱਲ ਤੇ ਪਤਾ ਲੱਗ ਹੀ ਜਾਂਦੀ ਹੈ ਨਾ, ਰੋਜ਼ ਨਵੀਂ ਗੱਲ ਪਤਾ ਲੱਗ ਗਈ। ਅੰਤਰ ਹੋਏ ਗਿਆਨ ਪ੍ਰਗਾਸ, ਉਸ ਅਸਥਾਨ ਕਾ ਨਹੀਂ ਵਿਨਾਸ਼। ਤੇ ਜਿਹੜੀ ਗੱਲ ਪਤਾ ਲੱਗ ਗਈ ਦੁਬਾਰਾ ਭੁੱਲਦੀ ਨਹੀਂ ਹੁੰਦੀ ਬੰਦੇ ਨੂੰ, ਵਕਤੀ ਤੌਰ ਤੇ ਬੰਦੇ ਤੋਂ ਪਰੇ ਹੋ ਜਾਂਦੀ ਹੈ, ਪਰ ਉਹਦੀ ਕਿਤੇ ਨਾ ਕਿਤੇ ਉਹ ਗੱਲ ਆਵੇਗੀ ਸਾਹਮਣੇ। ਸਾਨੂੰ ਵੇਖੋ 10 ਸਾਲ ਪਹਿਲਾਂ ਕੀਤੀਆਂ ਗੱਲਾਂ ਹੁੰਦੀਆਂ ਨੇ, ਇੰਝ ਚੇਤੇ ਆ ਜਾਂਦੀਆਂ ਜਿੱਦਾਂ ਅੱਜ ਕਿਸੇ ਨੇ ਕੀਤੀ ਹੋਵੇ। ਇਹ ਜੋ ਸੁਣਿਆ ਜਾ ਰਿਹਾ ਹੈ ਨਾ, ਇਹ ਕਿਤੇ ਜਾ ਨਹੀਂ ਰਿਹਾ, ਸਾਨੂੰ ਲੱਗੇਗਾ ਵੀ ਸਾਨੂੰ ਭੁੱਲ ਗਿਆ, ਕਿਤੇ ਨਹੀਂ ਜਾ ਰਿਹਾ। ਜਿੱਦਣ ਇਹਨਾਂ ਦਾ ਮੌਕਾ ਆਵੇਗਾ ਇਹ ਆਪਣੇ ਆਪ ਹੀ ਗੱਲ ਉੱਪਰ ਆ ਜਾਵੇਗੀ। ਸਤਿਗੁਰੂ ਕਹਿੰਦੇ ਨੇ ਉਸ ਅਸਥਾਨ ਕਾ ਨਹੀਂ ਵਿਨਾਸ਼। ਜੋ ਮਨ ਦੀ ਹਾਲਤ ਬਣ ਜਾਂਦੀ ਹੈ ਸੰਗਤ ਦੇ ਵਿੱਚ ਆ ਕੇ, ਬੰਦਾ ਵਾਪਸ ਨਹੀਂ ਡਿੱਗਦਾ ਹੈ। ਮਨ ਤਨ ਨਾਮ ਰਤੇ ਇੱਕ ਰੰਗ। ਜਿਹੜੇ ਜੀਵ ਸੰਗਤ ਦੇ ਵਿੱਚ ਆਉਂਦੇ ਨੇ, ਮਨ ਕਰਕੇ ਤੇ ਤਨ ਕਰਕੇ ਇੱਕ ਨਾਮ ਦੇ ਵਿੱਚ ਪਿਆਰ ਦੇ ਨਾਲ ਰੰਗੇ ਜਾਂਦੇ ਨੇ। ਸਦਾ ਬਸਹਿ ਪਾਰ ਬ੍ਰਹਮ ਕੈ ਸੰਗ। ਉਹ ਸਦਾ ਹੀ ਵਾਹਿਗੁਰੂ ਦੇ ਨਾਲ ਵਸਦੇ ਨੇ। ਜਿਉਂ ਜਲ ਮਹਿ ਜਲ ਆਏ ਖਟਾਨਾ, ਜਿੱਦਾਂ ਜਲ ਦੇ ਵਿੱਚ ਦੂਸਰਾ ਜਲ ਮਿਲ ਜਾਂਦਾ ਹੈ। ਆ ਹੁਣ ਚੱਲਦੀਆਂ ਪਈਆਂ ਨੇ ਨਾ ਗਰਮੀਆਂ, ਤੇ ਮਿਕਸ ਪਾਣੀ ਪੀਣ ਦੀ ਆਦਤ, ਵੀ ਠੰਡਾ ਤੇ ਜਿਹੜਾ ਨੋਰਮਲ ਪਾਣੀ ਉਹਨੂੰ ਮਿਕਸ ਕਰ ਲਓ। ਹੁਣ ਮਿਕਸ ਕਰ ਲਿਆ ਤੇ ਕੌਣ ਵੇਖ ਸਕਦਾ ਵੀ ਆਹ ਠੰਡਾ ਹੈ ਤੇ ਆਹ ਜਿਹੜਾ ਹੈ ਉਹ ਨੋਰਮਲ ਪਾਣੀ ਹੈ। ਮਿਲ ਗਏ ਨਾ ਇੱਕ ਦੂਸਰੇ ਦੇ ਵਿੱਚ। ਸਤਿਗੁਰੂ ਕਹਿੰਦੇ ਇੱਦਾਂ ਜਿੱਦਾਂ ਪਾਣੀ ਦੇ ਵਿੱਚ ਦੂਸਰਾ ਪਾਣੀ ਮਿਲ ਜਾਂਦਾ ਹੈ ਨਾ, ਜਿਉਂ ਜਲ ਮਹਿ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਇੱਦਾਂ ਮਾਲਕ ਦੀ ਜੋਤ ਦੇ ਨਾਲ ਉਹਨਾਂ ਬੰਦਿਆਂ ਦੀ ਜੋਤ ਸਮਾ ਜਾਂਦੀ ਹੈ, ਔਰ ਇਹ ਜਿਉਂਦੇ ਜੀ ਸਮਾਉਂਦੀ ਹੈ। ਹਜ਼ੂਰ ਕਹਿੰਦੇ ਨੇ ਮਿਟ ਗਏ ਗਵਨ ਪਾਏ ਵਿਸਰਾਮ। ਉਹਨਾਂ ਦਾ ਆਉਣ ਜਾਣ, ਉਹਨਾਂ ਦਾ ਭਟਕਣਾ ਇਸ ਸੰਸਾਰ ਦੇ ਵਿੱਚੋਂ ਮੁੱਕ ਜਾਂਦਾ ਹੈ, ਖਤਮ ਹੋ ਜਾਂਦਾ ਹੈ। ਨਾਨਕ ਉਹ ਪੱਕੇ ਵਿਸ਼ਰਾਮ ਨੂੰ ਪਾ ਲੈਂਦੇ ਨੇ। ਨਾਨਕ ਪ੍ਰਭ ਕੈ ਸਦ ਕੁਰਬਾਨ। ਉਸ ਮਾਲਕ ਤੋਂ ਅਸੀਂ ਸਦਕੇ ਜਾਂਦੇ ਹਾਂ। ਮੁੱਖ ਵਿਚਾਰ ਮਹਾਰਾਜ ਨੇ ਬੋਲੀ ਕਿ ਭਾਈ ਕਰਨ ਵਾਲਾ ਤੇ ਜੀਵਨ ਦੇ ਕੋਲੋਂ ਸਾਰਾ ਕੁਝ ਕਰਾਉਣ ਵਾਲਾ, ਪਿੱਛੇ ਤਾਕਤ ਅਕਾਲ ਪੁਰਖ ਵਾਹਿਗੁਰੂ ਦੀ ਕੰਮ ਕਰਦੀ ਹੈ। ਉਹਦੇ ਤੋਂ ਬਿਨਾਂ ਇੰਨੀ ਸਮਰੱਥਾ ਵਾਲਾ ਕੋਈ ਨਹੀਂ। ਜੀਵ ਦੇ ਉੱਤੇ ਆਲਾ ਦੁਆਲਾ ਪ੍ਰਭਾਵ ਪਾਉਂਦਾ ਹੈ। ਜਿਹੋ ਜਿਹਾ ਉਹਨੂੰ ਕੋਈ ਗੱਲ ਸੁਣਾਵੇ ਉਹੋ ਜਿਹਾ ਅੱਗੋਂ ਰਿਐਕਟ ਕਰ ਦਿੰਦਾ ਹੈ। ਅਸਲ ਦੇ ਵਿੱਚ ਖਿਡਾਉਣ ਵਾਲਾ ਪਿੱਛੇ ਮਾਲਕ ਕੰਮ ਕਰਦਾ ਪਿਆ ਹੈ। ਜਿਹੜਾ ਉਹਦੀ ਸੰਗਤ ਨੂੰ ਪ੍ਰਾਪਤ ਕਰ ਲੈਂਦਾ ਹੈ ਉਹਦੀ ਅਵਸਥਾ ਉੱਚੀ ਹੋ ਜਾਂਦੀ ਹੈ। ਇਹ ਕੁਝ ਕੁ ਵਿਚਾਰ ਮਹਾਰਾਜ ਜੀ ਨੇ ਸਾਡੇ ਸਾਹਮਣੇ ਰੱਖੇ ਨੇ। ਇਹ ਅਸ਼ਟਪਦੀ ਦਾ ਵਿਸ਼ਾ ਬਾਕੀਆਂ ਦੇ ਨਾਲੋਂ ਥੋੜ੍ਹਾ ਜਿਹਾ ਵੱਖਰਾ ਹੈ। ਕੱਲ੍ਹ ਵਾਲੀ ਫਿਰ ਅਸ਼ਟਪਦੀ ਨੂੰ ਅਸੀਂ ਕੱਲ੍ਹ ਦੇ ਸਮੇਂ ਦੇ ਵਿੱਚ ਵਿਚਾਰਾਂਗੇ ਜੀ। ਅੱਜ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕਰਦੇ ਹਾਂ, ਮੇਰੇ ਪਾਸੋਂ ਬੋਲਦਿਆਂ ਹੋਈਆਂ ਭੁੱਲਾਂ ਦੀ ਖਿਮਾ। ਫਤਿਹ ਨਾਲ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।